स्टेट लाइन ट्रक एंड ट्रेलर वर्जीनिया स्टेट लाइन ते लैके आए ने ट्रक एंड ट्रेलर रिपेयर शॉप इंटरस्टेट 81 दे एग्जिट 323 ऑपोजिट फ्लाइंग जे ट्रक शॉप जिथे ट्रकों की हर तरह की तसल्ली बख्श मुरम्मत की जाती है। इस दे नाल ही पार्किंग ते ऑफिस स्पेस भी है उपलब्ध। पूरी रात हफ्तावार या महीनावार पार्किंग अते ट्रक रिपेयर लई जरूर आओ। वधेरे जानकारी लई संपर्क करो 6812600050। विनीपेग कैनेडा जेडे हर तरह दी मेजर ते माइनर ट्रक एंड ट्रेलर रिपेयर करते हैं, डीओटी सेफ्टी इंस्पेक्शंस करते हैं। ये हर तरह दी ब्रेका दे काम तो लेके सस्पेंशन, टायर इंस्टॉलेशन, इलेक्ट्रिक एंड डायग्नोज, रीबिल्ड, ट्रांसमिशन, डिफरेंशियल ते क्लच जॉब्स, ऑयल चेंज, हर एक काम बड़ी तसल्ली नाल करते हैं जी। ये MPI अप्रूव्ड ने और हाँ ये सीजनल सर्विसेज भी प्रोवाइड करते हैं। 24 घंटे 7 दिन दी सर्विसेज लई ते वधेरे जानकारी लई कॉल करो 204 459 2000 या फिर कॉल करो 204 777 0460। ਓਏ ਮੇਰੇ ਵੀਰ ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ ਲਾਸਟ ਹਿਲਸ। ਫੋਨ ਨੰਬਰ 661 797 2354। USA ਦੀ ਵਨ ਆਫ ਦ ਬਿਗੇਸਟ ਕਾਰ ਡੀਲਰਸ਼ਿਪ ਜੋ ਬੈਥਲਮ PH ਹੈ, ਇੱਥੇ ਤੁਹਾਨੂੰ ਆਪਣੀ ਮਨਪਸੰਦ ਕਨਵਰਟੇਬਲ SUV ਜਾਂ ਫਿਰ ਟਰੱਕ ਰੈਡੀ ਸਟਾਕ ਮਿਲਦਾ ਹੈ। ਇਹ ਤੁਹਾਨੂੰ ਤੁਹਾਡੀ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਕਾਰ ਚੂਜ਼ ਕਰਨ 'ਚ ਮਦਦ ਕਰਦੇ ਨੇ। ਤੁਸੀਂ ਕਾਲ ਕਰ ਸਕਦੇ ਹੋ ਦਿਲਬਾਗ ਜਿੰਮੀ ਨੂੰ 6105704200 ਜਾਂ 4848988100 ਤੇ ਜਾਂ ਇਹਨਾਂ ਦੇ ਬਿਜ਼ਨਸ ਸਟਾਰ ਆਟੋ ਮਾਲ 3439 ਬਾਥ ਪਾਈਕ ਬੈਥਲਮ PA ਦੇ ਵਿੱਚ ਵਿਜ਼ਿਟ ਕਰ ਸਕਦੇ ਹੋ। ਬੈਡ ਕ੍ਰੈਡਿਟ ਨੋ ਪ੍ਰੋਬਲਮ। ट्रकिंग वाले वीरो ध्यान नाल सुनो। ट्रक जिद्दां दा भी चलाउने हो, मैनुअल या ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लो जी तीजी लोकेशन भी खोल दिया एग्जिट 579 फ्रॉम हाईवे 401 इन नापनी। आहो जी कोई अपॉइंटमेंट नहीं, ड्राइव थ्रू फैसिलिटी एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप 5196220660 या quicktrucklube.com। QTL because we care। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਇਸ ਵਕਤ ਮੇਰੇ ਨਾਲ ਸਰਦਾਰ ਬਖਤੌਰ ਸਿੰਘ ਢਿੱਲੋਂ ਨੇ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ ਨਾਲੇ ਕਹਿੰਦੇ ਸੀਗੇ ਅਮਰੀਕਾ ਨੇ ਆਪਣੀਆਂ ਫੌਜਾਂ ਜਿਹੜੀਆਂ ਅਫਗਾਨਿਸਤਾਨ ਤੋਂ ਵਾਪਸ ਬੁਲਾ ਰਹੀਆਂ ਨੇ। ਹੁਣ ਕਹਿੰਦੇ ਡਰੋਨ ਹਮਲੇ ਫਿਰ ਤੋਂ ਸ਼ੁਰੂ ਹੋ ਗਏ ਨੇ। ਬਿਲਕੁਲ ਜੀ, ਫੌਜਾਂ ਵਾਪਸ ਬੁਲਾ ਲਈਆਂ ਸੀ। ਲੱਗਦਾ ਇਉਂ ਸੀ ਕਿ ਸਭ ਕੁਝ ਠੀਕ ਠਾਕ ਹੈ ਜੀ, ਲੇਕਿਨ ਜੇ ਆਪਾਂ ਦੇਖੀਏ ਤਾਂ ਸਭ ਕੁਝ ਠੀਕ ਠਾਕ ਨਹੀਂ ਹੁੰਦਾ। ਜਦੋਂ ਇਹ ਹੁੰਦਾ ਕਿ ਪੂਰੀ ਸ਼ਾਂਤੀ ਹੋ ਗਈ ਹੈ, ਕੋਈ ਐਸੀ ਵੈਸੀ ਗੱਲ ਨਹੀਂ, ਉਦੋਂ ਸ਼ਾਂਤੀ ਨਹੀਂ ਹੁੰਦੀ, ਉਦੋਂ ਅੰਦਰ ਖਾਤੇ ਬੜਾ ਕੁਝ ਹੋ ਰਿਹਾ ਹੁੰਦਾ ਜੀ। ਜੇ ਆਪਾਂ ਅਮਰੀਕਾ ਦੀ ਗੱਲ ਕਰੀਏ, ਅਫਗਾਨਿਸਤਾਨ ਦੀ ਗੱਲ ਕਰੀਏ, ਤਾਂ ਅਮਰੀਕਾ ਨੇ ਅਫਗਾਨਿਸਤਾਨ ਦੇ ਵਿੱਚ ਇੱਕ ਆਪਰੇਸ਼ਨ ਕੀਤਾ ਹੈ ਜੀ, ਜਿਹਨੂੰ ਅਲ ਜਵਾਹਰੀ ਦੇ ਖਾਤਮੇ ਦਾ ਇੱਕ ਵੱਡਾ ਕਾਰਨ ਸਮਝਿਆ ਜਾਂਦਾ ਹੈ। ਅੱਛਾ ਜੀ। ਤੇ ਦੇਖਣ ਵਾਲੀ ਗੱਲ ਹੈ ਕਿ ਜਿਹੜਾ ਹਮਲਾ ਕੀਤਾ ਹੈ ਉਹ ਹਮਲਾ ਕੀਤਾ ਡਰੋਨ ਜੀ, ਤੇ ਡਰੋਨ ਹਮਲੇ ਦੇ ਨਾਲ ਇੱਕ ਅਜਿਹੀ ਮਿਸਾਈਲ ਛੱਡੀ ਗਈ ਹੈ ਜਿਹੜੀ ਮਿਸਾਈਲ ਬਹੁਤ ਖਤਰਨਾਕ ਹੈ ਜੀ। ਨਾ ਤਾਂ ਬੇਸ਼ੱਕ ਜੇ ਮੇਰੇ ਦਿਮਾਗ ਦੇ ਵਿੱਚ ਉਹਦਾ ਨਹੀਂ ਚੜਿਆ, ਲੇਕਿਨ ਉਸ ਮਿਸਾਈਲ ਦੀਆਂ ਜਿਹੜੀਆਂ ਖੂਬੀਆਂ ਦੱਸਦੇ ਹੈ, ਉਹਨਾਂ ਖੂਬੀਆਂ ਦੇ ਵਿੱਚ ਇਹ ਹੈ ਕਿ ਉਹ ਵਿਸਫੋਟ ਨਹੀਂ ਕਰਦੀ ਜੀ। ਜਿਸ ਬਿਲਡਿੰਗ ਦੇ ਉੱਤੇ ਅਟੈਕ ਕਰਨਾ ਹੈ, ਬਿਲਡਿੰਗ ਦੇ ਆਲੇ ਦੁਆਲੇ ਦੇ ਨਾ ਤਾਂ ਤੁਹਾਨੂੰ ਧਮਾਕਾ ਸੁਣਨਾ ਹੈ, ਨਾ ਬਿਲਡਿੰਗ ਦੇ ਢਹਿ ਢੇਰੀ ਹੋਣ ਦੀ ਗੱਲ ਸੁਣਨੀ ਹੈ। ਅਲ ਜਵਾਰੀ ਬਾਰੇ ਵੀ ਇਹੀ ਗੱਲ ਦੱਸਿਆ ਗਿਆ ਕਿ ਅਲ ਜਵਾਰੀ ਸਵੇਰੇ ਸਵੇਰੇ ਉੱਠ ਕੇ ਇਹਨੂੰ ਜਿਹੜੀ ਹੈਗੀ ਚਹਿਲ ਕਦਮੀ ਕਰਨ ਦੀ ਆਦਤ ਸੀ ਜੀ। ਅਰੇ ਬਾਲਕੋਨੀ ਦੇ ਵਿੱਚ ਚਹਿਲ ਕਦਮੀ ਕਰ ਰਿਹਾ ਸੀ। ਉਸੇ ਵੇਲੇ ਇਹਨੂੰ ਟਾਰਗੇਟ ਬਣਾਇਆ ਗਿਆ, ਇਹਨੂੰ ਮਿਜ਼ਾਈਲ ਨੇ ਹਿੱਟ ਕੀਤਾ ਤੇ ਖਤਮ ਹੋ ਗਿਆ। ਖਤਮ ਹੋਣ ਤੋਂ ਬਾਅਦ ਫਿਰ ਪਤਾ ਲੱਗਿਆ ਕਿ ਬੰਦੇ ਨੂੰ ਹੋਇਆ ਕੀ ਹੈ, ਤੇ ਬਾਅਦ 'ਚ ਇਹ ਹਕੀਕਤ ਸਾਹਮਣੇ ਆਈ ਕਿ ਇਹ ਡਰੋਨ ਦੇ ਅਟੈਕ ਵਿੱਚ ਮਾਰਿਆ ਗਿਆ ਜੀ। ਅਲ ਜਵਾਰੀ ਦਾ ਪਤਾ ਕਿਵੇਂ ਲੱਗਿਆ?
ਇਹਦੇ 'ਚ ਆਪਾਂ ਨੂੰ ਲਾਦੇਨ ਵਾਲੀ ਕਹਾਣੀ ਵੱਲ ਜਾਣਾ ਪੈਣਾ। ਲਾਦੇਨ ਨੂੰ ਐਬਟਾਬਾਦ ਤੋਂ ਚੁੱਕਿਆ, ਕਿਹਾ ਗਿਆ ਕਿ ਉਹ ਪਹਿਲਾਂ ਹੀ ਮਾਰਿਆ ਗਿਆ ਸੀ ਜਾਂ ਉਹਨੂੰ ਜਿਉਂਦੇ ਨੂੰ ਵੀ ਚੱਕ ਲਿਆ, ਕੁਛ ਵੀ ਹੋਵੇ, ਉਹ ਬੰਦੇ ਨੂੰ ਉੱਥੋਂ ਕਾਬੂ ਕੀਤਾ। ਜਿਹੜੇ ਸੀਲ ਕਮਾਂਡੋਜ਼ ਸੀ ਅਮਰੀਕਾ ਦੇ, ਉਹ ਤੋਂ ਬਾਅਦ ਉਹ ਲੈ ਗਏ ਤੇ ਲਿਜਾਣ ਤੋਂ ਬਾਅਦ ਉਸ ਬੰਦੇ ਦੀ ਡੈੱਡ ਬੋਡੀ ਕਿਤੇ ਕੋਈ ਅਜਿਹਾ ਕੇਂਦਰ ਨਾ ਬਣ ਜੇ ਜਿਸ ਕੇਂਦਰ ਤੋਂ ਜਿਹੜੇ ਇਸਲਾਮੀ ਕੱਟੜਪੰਥੀ ਹੈ ਉਹ ਸੇਧ ਲੈਣ ਜਾਂ ਕਿਸੇ ਕਿਸਮ ਦੀ ਪ੍ਰੇਰਨਾ ਲੈਣ। ਇਸ ਕਰਕੇ ਉਸ ਬੰਦੇ ਨੂੰ ਜਿਹੜਾ ਦਫਨਾਉਣ ਵਾਲੀ ਗੱਲ ਕਹੀ ਗਈ ਹੈ, ਦਫਨਾਇਆ ਜਾਂ ਨਹੀਂ ਦਫਨਾਇਆ, ਕਹਿੰਦੇ ਆ ਕਿ ਸਮੁੰਦਰ ਦੇ ਵਿਚਕਾਰ ਦਫਨਾ ਦਿੱਤਾ ਹੁਣ। ਔਰ ਉਹ ਇਨਫੋਰਮੇਸ਼ਨ ਵੀ ਜੇ ਕਹੀਏ ਤਾਂ ਉਹ ਕਹੀ ਜਾਂਦੇ ਕਿਸੇ ਡਾਕਟਰ ਦੇ ਰਾਹੀਂ ਲਈ ਸੀ, ਲੇਕਿਨ ਬਾਅਦ ਦੇ ਵਿੱਚ ਇਹ ਗੱਲਾਂ ਸਾਬਤ ਹੋ ਗਈਆਂ ਕਿ ਅਸਲ ਦੇ ਵਿੱਚ ਉਹ ਪਾਕਿਸਤਾਨ ਦੀ ਆਰਮੀ ਦਾ ਆਪਦਾ ਆਪਰੇਸ਼ਨ ਸੀ ਜੀ। ਪਾਕਿਸਤਾਨ ਦੀ ਆਰਮੀ ਨੇ ਹੀ ਉਹਨਾਂ ਨੂੰ ਇਨਫੋਰਮ ਕੀਤਾ ਸੀ। ਮੈਨੂੰ ਨਹੀਂ ਪਤਾ ਵੀ ਹਕੀਕਤ ਕਿੱਥੋਂ ਤੱਕ ਠੀਕ ਹੈ। ਹੁਣ ਵੀ ਇਹ ਕਿਹਾ ਜਾਂਦਾ ਹੈ ਕਿ ਮਿਸਟਰ ਜਵਾਹਰੀ ਦੀ ਇਨਫੋਰਮੇਸ਼ਨ ਜਿਹੜੀ ਉਹ ਦਿੱਤੀ ਸੀ ਇਹਨਾਂ ਨੇ ਪਾਕਿਸਤਾਨ ਦੀ ਆਰਮੀ ਨੇ। ਔਰ ਬੜੀ ਖਤਰਨਾਕ ਗੱਲ ਹੈ ਇਹ ਵੀ ਆ ਰਹੀ ਹੈ ਕਿ ਜਿਹੜੀ ਉਹ ਮਿਜ਼ਾਈਲ ਹੈ, ਜਿਹੜੀਆਂ ਆਧੁਨਿਕ ਮਿਜ਼ਾਈਲਾਂ ਇਸ ਵੇਲੇ ਦੁਨੀਆ ਦੇ ਵਿੱਚ ਬਣੀਆਂ ਹੋਈਆਂ, ਉਹਨਾਂ ਮਿਜ਼ਾਈਲਾਂ ਦੇ ਵਿੱਚੋਂ ਉਹ ਇੱਕ ਹੈ ਜੀ। ਕਹਿੰਦੇ ਜੇ ਤੁਸੀਂ ਕਾਰ ਤੇ ਸਫ਼ਰ ਕਰ ਰਹੇ ਹੋ, ਤੁਹਾਨੂੰ ਜਿਹੜਾ ਹੈਗਾ ਟਾਰਗੇਟ ਕਰਨਾ ਹੋਵੇ, ਤੁਹਾਡੇ ਡਰਾਈਵਰ ਨੂੰ ਮਿਜ਼ਾਈਲ ਕੁਛ ਨਹੀਂ ਕਹੂਗੀ, ਡਰਾਈਵਰ ਬਿਲਕੁਲ ਸੁਰੱਖਿਅਤ ਰਹੂਗਾ ਤੇ ਤੁਹਾਨੂੰ ਹੀ ਉਹ ਕਰੂਗੀ ਜੀ। ਇਹਦੇ ਵਿੱਚ ਕਹਿੰਦੇ ਬਲੇਡ ਟਾਈਪ, ਜਿਵੇਂ ਬਲੇਡ ਹੁੰਦੇ ਨਾ, ਉਹ ਬਲੇਡ ਲੱਗੇ ਹੁੰਦੇ, ਉਹਨਾਂ ਬਲੇਡਾਂ ਦੇ ਨਾਲ ਬੰਦੇ ਨੂੰ ਮਾਰਿਆ ਜਾਂਦਾ ਹੈ। ਹਾਂਜੀ, ਜੇ ਆਪਾਂ ਅਲ ਜਵਾਰੀ ਦੀ ਗੱਲ ਕਰੀਏ ਤਾਂ ਅਲ ਜਵਾਰੀ ਮਿਸਰ ਨੂੰ ਬਿਲੋਂਗ ਕਰਦੇ ਸੀ ਔਰ ਇਹ ਬੜੇ ਵਿਦਵਾਨਾਂ ਨਾਈਫ ਮਿਜ਼ਾਈਲ ਕਹਿੰਦੇ ਇਹਨੂੰ। ਅੱਛਾ, ਮੈਂ ਫਿਰ ਮੈਨੂੰ ਬਲੇਡਸ ਆ ਗਏ ਨਾ, ਬਲੇਡਾਂ ਦੀ ਗੱਲ ਕੀਤੀ, ਉੱਥੇ ਮੇਰੇ ਧਿਆਨ ਆ ਗਿਆ ਵੀ ਇਹ ਨਾਈਫ ਮਿਜ਼ਾਈਲ ਕਹਿੰਦੇ। ਹਾਂ। ਅਲ ਜਵਾਰੀ ਜਿਹੜਾ ਹੈਗਾ ਜਿਸ ਪਰਿਵਾਰ ਨੂੰ ਬਿਲੋਂਗ ਕਰਦਾ ਹੈ, ਉਹ ਵਿਦਵਾਨਾਂ ਦਾ ਪਰਿਵਾਰ ਮੰਨਿਆ ਜਾਂਦਾ ਹੈ। ਇਹਦੇ ਜਿਹੜੇ ਦਾਦਾ ਸ਼੍ਰੀ ਸੀ ਜੀ, ਉਹ ਇੱਕ ਯੂਨੀਵਰਸਿਟੀ ਦੇ ਵਿੱਚ ਇਮਾਮ ਸੀ। ਬਾਪ ਇਹਦਾ ਬਹੁਤ ਵੱਡਾ ਪੜ੍ਹਿਆ ਲਿਖਿਆ ਤੇ ਬਹੁਤ ਵਿਦਵਾਨ ਬੰਦਾ ਤੇ ਇੱਕ ਪ੍ਰੋਫੈਸਰ ਸੀ ਜੀ। ਔਰ ਆਪ ਇਹ ਜਿਹੜਾ ਹੈਗਾ ਆਪ ਵੀ ਕਹਿੰਦੇ ਬੜਾ ਪ੍ਰੋਫੈਸ਼ਨਲ ਸੀ, ਡਾਕਟਰ ਸੀਗਾ। ਇਹ ਬੰਦੇ ਨੇ ਆਈ ਜਿਹੜੀ ਹੈਗੀ ਹੈ ਸਰਜਰੀ ਦੀ ਟ੍ਰੇਨਿੰਗ ਹਾਸਲ ਕੀਤੀ ਸੀ ਤੇ ਟ੍ਰੇਨਿੰਗ ਤੋਂ ਬਾਅਦ ਜਦੋਂ ਇਹਨੇ ਆਪਣੀ MBBS ਜਾਂ ਜੋ ਵੀ ਇਹਨਾਂ ਦੀ ਡਾਕਟਰੀ ਦੀ ਪੜ੍ਹਾਈ ਸੀ ਉਹ ਖਤਮ ਕੀਤੀ, ਉਹ ਤੋਂ ਬਾਅਦ ਇਹ ਕੱਟੜ ਪੰਥ ਵਾਲੇ ਪਾਸੇ ਚਲਾ ਗਿਆ ਜੀ। ਤੇ ਕੱਟੜ ਪੰਥ ਦੇ ਵਿੱਚ ਫਿਰ ਇਹ ਇੰਨਾ ਲੋਥ-ਪੋਥ ਹੋ ਗਿਆ ਕਿ 1980 ਦੇ ਦੌਰਾਨ ਤੁਸੀਂ ਸੁਣਿਆ ਹੋਣਾ, ਮੇਰਾ ਖਿਆਲ ਉਹੀ ਟਾਈਮ ਸੀ, ਮੇਰਾ ਖਿਆਲ 80 ਦਾ ਦਹਾਕਾ ਸੀ ਜੀ, ਜਦੋਂ ਮਿਸਰ ਦੇ ਰਾਸ਼ਟਰਪਤੀ ਅਨਵਰ ਸਦਾਤ ਦਾ ਕਤਲ ਹੋਇਆ ਸੀ। ਔਰ ਅਨਵਰ ਸਦਾਤ ਦੇ ਕਤਲ ਦੇ ਵਿੱਚ ਅਲ ਜਵਾਰੀ ਦੀ ਇਨਵੋਲਵਮੈਂਟ ਕਹੀ ਜਾਂਦੀ ਹੈ ਜੀ। ਉਸ ਵੇਲੇ ਇਹਨੂੰ ਗ੍ਰਿਫਤਾਰ ਵੀ ਕਰ ਲਿਆ ਸੀ। ਗ੍ਰਿਫਤਾਰ ਕਰਨ ਤੋਂ ਬਾਅਦ ਇਹ 'ਤੇ ਮੁਕੱਦਮਾ ਚੱਲਿਆ, 3 ਸਾਲ ਅੰਦਰ ਰਿਹਾ ਸੀ ਤੇ ਕਿਹਾ ਇਹ ਗਿਆ ਸੀ ਕਿ ਇਸ ਬੰਦੇ ਦੇ ਨੂੰ ਹਥਿਆਰਾਂ ਦੇ ਮਾਮਲੇ ਵਿੱਚ ਹਥਿਆਰ ਇਹਨੇ ਪ੍ਰੋਵਾਈਡ ਕੀਤੇ ਸੀ ਜੀ। ਜਦੋਂ ਇਹ ਰਿਹਾ ਹੋਇਆ, ਰਿਹਾ ਹੋਣ ਤੋਂ ਬਾਅਦ ਫਿਰ ਇਹ ਪੇਸ਼ਾਵਰ ਵਾਲੇ ਪਾਸੇ ਤੇ ਇੱਧਰ ਨੂੰ ਆ ਗਿਆ ਸੀ ਔਰ ਇੱਥੇ ਆ ਕੇ ਫਿਰ ਇਹ ਲਾਦੇਨ ਦੇ ਸੰਪਰਕ 'ਚ ਆਇਆ। ਲਾਦੇਨ ਦਾ ਪਰਸਨਲ ਡਾਕਟਰ ਬਣ ਗਿਆ ਸੀ ਜੀ। ਫਿਰ ਉਹ ਜਿਹੜੇ ਟਵਿਨ ਟਾਵਰ ਹੈ, ਜਿਨ੍ਹਾਂ ਨੂੰ ਜੋੜੇ ਟਾਵਰ ਵੀ ਕਿਹਾ ਜਾਂਦਾ ਹੈ ਜੀ, ਟਵਿਨ ਟਾਵਰਾਂ ਦੇ ਉੱਤੇ ਜਿਹੜਾ ਅਟੈਕ ਹੋਇਆ ਸੀ, ਉਹਦਾ ਵੀ ਮਾਸਟਰਮਾਈਂਡ ਸੀ। ਉਹਦਾ ਮਾਸਟਰਮਾਈਂਡ ਇਹੀ ਸੀ। ਤਾਂਗੇ ਫਿਰ ਮੈਂ ਕਹਿ ਸਕਦਾ ਕਿ ਅਮਰੀਕਾ ਨੇ ਆਪਦੇ ਜਿਹੜਾ ਬਦਲਾ ਲੈਣਾ ਭੁੱਲਿਆ ਨਹੀਂ। ਉਹਨਾਂ ਇਹ ਗੱਲ ਕਹੀ ਹੈ ਜੋ ਬਾਈਡਨ ਨੇ ਕਿ ਇਨਸਾਫ ਮਿਲ ਗਿਆ ਕਿ ਜਿਨ੍ਹਾਂ ਲੋਕਾਂ ਦੇ ਪਰਿਵਾਰਕ ਮੈਂਬਰ ਮਾਰੇ ਗਏ ਸੀ, ਜਿਨ੍ਹਾਂ ਦੇ ਪਿਆਰੇ ਮਾਰੇ ਗਏ ਸੀ, ਉਹਨਾਂ ਨੂੰ ਇਨਸਾਫ ਮਿਲ ਗਿਆ। ਗੱਲ ਕਹੀ ਹੈ ਉਹਨੇ, ਜੋ ਬਾਈਡਨ ਨੇ। ਔਰ ਉਹ ਕਹਿੰਦੇ ਪਲਾਨਿੰਗ ਜਿਹੜੀ ਸਾਰੀ ਦੀ ਸਾਰੀ ਇਹਦੀ ਸੀ, ਮਾਸਟਰਮਾਈਂਡ ਇਹ ਸੀ ਜੀ। ਦਾਨੀਆਲ ਸਾਹਿਬ ਤੁਸੀਂ ਇਹ ਦੇਖੋ ਕਿ ਅਮਰੀਕਾ ਦੀ ਧਰਤੀ, ਅਮਰੀਕਾ ਦੇ ਜਹਾਜ਼, ਅਮਰੀਕਾ ਦੇ ਜਹਾਜ਼ਾਂ ਨੂੰ ਕਾਬੂ ਕੀਤਾ, ਉਹਨਾਂ ਨੂੰ ਅਗਵਾ ਕੀਤਾ, ਉਹਨਾਂ ਦੇ ਵਿੱਚ ਜਿਹੜੀਆਂ ਵਿਸਫੋਟਕ ਸਮੱਗਰੀ ਭਰੀ ਔਰ ਉਹੀ ਵਿਸਫੋਟਕ ਸਮੱਗਰੀ ਨਾਲ ਭਰੇ ਹੋਏ ਜਹਾਜ਼ ਟਕਰਾਉਂਦੇ ਟਵਿਨ ਟਾਵਰ ਦੇ ਨਾਲ ਤੇ ਲਗਭਗ 3000 ਬੰਦੇ ਮਾਰੇ ਗਏ ਸੀ। ਐਡਾ ਵੱਡਾ ਅਮਰੀਕਾ ਵਰਗੇ ਦੇਸ਼ ਦੇ ਵਿੱਚ ਐਡਾ ਵੱਡਾ ਹਾਦਸਾ ਹੋਣਾ ਜਾਂ ਐਡਾ ਵੱਡਾ ਜਿਹਨੂੰ ਆਪਾਂ ਟੈਰਰ ਅਟੈਕ ਕਹਿ ਦਈਏ ਹੋਣਾ, ਇਹ ਛੋਟੀ ਮੋਟੀ ਗੱਲ ਨਹੀਂ। ਇੱਥੇ ਵੀ ਗੱਲ ਦੇਖਣ ਵਾਲੀ ਹੈ ਵੀ ਕਿਉਂਕਿ ਅੱਜ ਕੱਲ੍ਹ ਜਿਹੜੇ ਜੋ ਬਾਈਡਨ ਸਾਹਿਬ ਹੈ, ਉਹਨਾਂ ਦੀ ਪਾਪੂਲੈਰਿਟੀ ਡਾਊਨ ਹੋ ਰਹੀ ਜੀ ਕੰਪੈਰੇਟਿਵਲੀ। ਜਿਵੇਂ ਦੇਖੀਏ ਆਪਾਂ ਮਿਸਟਰ ਓਬਾਮਾ ਸੀ, ਓਬਾਮਾ ਹਾਲਾਂਕਿ ਉਹ ਇੱਕ ਵੱਖਰੇ ਭਾਈਚਾਰੇ ਦੇ ਵਿੱਚੋਂ ਆਉਂਦਾ ਸੀ, ਅਮਰੀਕਾ ਦਾ ਪ੍ਰੈਜ਼ੀਡੈਂਟ ਬਣਿਆ ਔਰ ਜਿਹੜੀ ਗੋਰੀ ਚਮੜੀ ਵਾਲੇ ਲੋਕਾਂ ਨੇ ਬਹੁਤੀ ਉਹਨੂੰ ਮਾਨਤਾ ਨਹੀਂ ਸੀ ਦਿੱਤੀ।
ਪਰ ਇਹਦੇ ਬਾਵਜੂਦ ਵੀ ਉਹ ਬੰਦੇ ਨੇ ਆਪਦੀ ਕਾਬਲੀਅਤ ਦੇ ਨਾਲ ਉਹਦਾ ਸਿੱਕਾ ਮਨਵਾਇਆ। ਤੇ ਫਿਰ ਜਦੋਂ ਇਹਦੇ ਵਾਲਾ ਆਪਰੇਸ਼ਨ ਹੋਇਆ ਸੀ ਲਾਦਨ ਵਾਲਾ ਜੀ, ਲਾਦਨ ਵਾਲੇ ਆਪਰੇਸ਼ਨ ਦੇ ਵਿੱਚ ਤਾਂ ਉਸ ਵੇਲੇ ਵਾਰ ਰੂਮ ਦੇ ਵਿੱਚ ਬੈਠਾ ਸੀ। ਬਾਰ ਰੂਮ ਦੇ ਵਿੱਚ ਬੈਠਾ ਸਭ ਕੁਝ ਦੇਖ ਰਿਹਾ ਸੀ ਤੇ ਉੱਥੋਂ ਹੀ ਅਨਾਉਂਸ ਕੀਤਾ ਸੀ ਸੇਮ ਉਸੇ ਤਰੀਕੇ ਨਾਲ ਜੋ ਬਾਈਡਨ ਨੇ ਵੀ ਅਨਾਉਂਸ ਕੀਤਾ ਕਿ ਜੇ ਅਸੀਂ ਇਹ ਮਾਮਲਾ ਸੀ ਆਪਣਾ ਇੱਕ ਟਾਰਗੇਟ ਫਤਿਹ ਕਰ ਲਿਆ। ਹੁਣ ਅਗਲੀ ਗੱਲ ਦੇਖਣ ਵਾਲੀ ਇਹ ਹੈ ਕਿ ਇਹਦਾ ਪ੍ਰਭਾਵ ਕੀ ਪਊ। ਜੀ, ਤਾਲਿਬਾਨ ਨੇ ਇਹਦੀ ਨਿਖੇਧੀ ਕੀਤੀ ਹੈ। ਉਹਨਾਂ ਨੇ ਕਿਹਾ ਕਿ ਜਿਹੜਾ ਦੋਹਾ ਕਤਰ ਦੇਸ਼ ਹੈ ਕਿ ਕਿਹੜਾ ਜਿੱਥੇ ਬੈਠ ਕੇ ਇਹਨਾਂ ਦਾ ਸਮਝੌਤਾ ਹੋਇਆ ਸੀ ਜੀ, ਉਸ ਸਮਝੌਤੇ ਦੀ ਅਮਰੀਕਾ ਨੇ ਉਲੰਘਣਾ ਕੀਤੀ ਹੈ। ਔਰ ਇਹ ਉਲੰਘਣਾ ਜਿਹੜੀ ਹੈ ਇਹ ਦੁਨੀਆ ਦੇ ਅਮਨ ਵਾਸਤੇ ਠੀਕ ਨਹੀਂ ਰਹਿਣੀ। ਜੀ, ਹੁਣ ਇਹਦੇ 'ਚ ਹੈ ਕਿ ਜਿਵੇਂ ਪਹਿਲਾਂ ਉਹਨਾਂ ਨੇ ਟਵਿਨ ਟਾਵਰ ਦੇ ਉੱਤੇ ਅਟੈਕ ਕੀਤਾ ਹੈ, ਇਹ ਵੀ ਹੋ ਸਕਦਾ ਕਿ ਕਿਸੇ ਕਿਸਮ ਦਾ ਹੋਰ ਪ੍ਰਤੀਕਰਮ ਇਹਦਾ ਹੋਵੇ। ਪਰ ਹੁਣ ਇਹ ਪਤਾ ਲੱਗਿਆ ਕਿ ਉਹਦੇ ਕਤਲ ਤੋਂ ਬਾਅਦ ਉਹਦੀ ਮੌਤ ਤੋਂ ਬਾਅਦ ਜਿਹੜਾ ਉਹਦਾ ਸੁਕਸੈਸਰ ਬਣਾਇਆ ਉਹ ਵੀ ਮਿਸਰ ਮੂਲ ਦਾ ਇੱਕ ਕੱਟੜਪੰਥੀ ਹੈ। ਜੀ, ਤੇ ਦੇਖਦੇ ਹਾਂ ਕੀ ਹੁੰਦਾ ਕੀ। ਬਿਲਕੁਲ। ਅੱਜ ਪੂਰਾ 1 ਹਫ਼ਤਾ ਹੋ ਗਿਆ ਜੀ ਇਸ ਮਾਮਲੇ ਨੂੰ। ਹੁਣ ਜਾ ਕੇ ਗੱਲ ਇਹ ਮੇਰਾ ਖਿਆਲ 31 ਜੁਲਾਈ ਨੂੰ ਇਹ ਕਾਬੁਲ ਦੇ ਨੇੜੇ ਅੱਜ 3 ਤਾਰੀਖ ਹੈ। ਹਾਂਜੀ, 3 ਤਰੀਕ ਹੋ ਗਈ। 3-4 ਦਿਨ ਹੋ ਗਏ। 4 ਦਿਨ ਦੀ ਹੋ ਗਈ। ਸੈਚਰਡੇ ਦੀ ਮੇਰਾ ਖਿਆਲ ਮਾਰਨਿੰਗ ਦੀ ਗੱਲ ਹੈ। ਮਾਰਨਿੰਗ ਦੀ ਗੱਲ ਹੈ। 6:18 ਤੇ ਹੋਇਆ। ਕੁਛ ਇਹੋ ਜਿਹਾ ਮਾਮਲਾ ਹੈ। ਅਰਲੀ ਦੀ ਮਾਰਨਿੰਗ ਕਿਉਂਕਿ ਆਪਣਾ ਤੇ ਉਹਨਾਂ ਦੇ ਟਾਈਮ ਦਾ ਬਹੁਤਾ ਫਰਕ ਨਹੀਂ ਜੀ। ਅਰਲੀ ਦੀ ਟਾਈਮ ਮਾਰਨਿੰਗ ਜਿਹੜੇ ਉਹ ਚਹਿਲ ਕਦਮੀ ਕਰਦਾ ਸੀ, ਉਸ ਚਹਿਲ ਕਦਮੀ ਦੇ ਦੌਰਾਨ ਹੀ ਜਿਹੜਾ ਹੈਗਾ ਉਹਦੇ ਤੇ ਅਟੈਕ ਹੋਇਆ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਇਸ ਵਕਤ ਤੁਸੀਂ ਰੇਡੀਓ ਪੰਜਾਬ ਟੂਡੇ ਦੇ ਬਠਿੰਡਾ ਸਟੂਡੀਓ ਦੇ ਨਾਲ ਜੁੜੇ ਹੋਏ ਹੋ। ਮਾਲਵਾ ਟਰੱਕ ਲਾਈਨ ਐਂਡ ਟ੍ਰੇਲਰ ਰਿਪੇਅਰ ਸਰਵਿਸ, ਇੱਥੇ ਹਰ ਤਰ੍ਹਾਂ ਦੇ ਤੁਸੀਂ ਰੀਫਰ, ਹਰ ਮੇਕ ਦੇ ਰੀਫਰ ਰਿਪੇਅਰ ਕਰਾ ਸਕਦੇ ਹੋ। AC ਰੀਚਾਰਜ ਕਰਵਾ, ਗੈਸ ਪਵਾ ਸਕਦੇ ਹੋ। 3 ਐਕਸਲ ਟਰੱਕ ਅਲਾਈਨਮੈਂਟ, ਆਇਲ ਚੇਂਜ, ਡੈਫ ਕਲੀਨਿੰਗ, DOT ਸੇਫਟੀ, ਇੰਜਨ ਰੀਬਿਲਟ, ਟਰਾਂਸਮਿਸ਼ਨ। ਸੋ ਕਹਿਣ ਤੋਂ ਬਾਅਦ A to Z ਕੰਮ ਕੀਤਾ ਜਾਂਦਾ ਹੈ ਤੁਹਾਡੇ ਲਈ। ਤਾਂ ਹਾਈਵੇ 66 ਐਗਜ਼ਿਟ 43 10224 ਰੈਜ਼ੀਡੈਂਸੀ ਰੋਡ ਮਨਾਸਸ 'ਚ ਹੈ। ਕਾਲ ਕਰੋ ਜੀ 8043728800 ਤੇ। ਪੰਜਾਬ ਟਰੱਕ ਐਂਡ ਟ੍ਰੇਲਰ ਰਿਪੇਅਰ 1315 ਵੈਸਟਰਨ ਹੰਨਾ ਐਵੀਨਿਊ, ਇੰਡੀਅਨੈਪੋਲਿਸ। ਇਹਨਾਂ ਦਾ ਇੱਕੋ ਨਿਸ਼ਾਨਾ ਗਰੰਟਿਡ ਐਂਡ ਕੁਇਕ ਸਰਵਿਸ। ਇੱਥੇ ਤਮਾਮ ਮਕੈਨੀਕਲ ਕੰਮਾਂ ਦੇ ਲਈ, ਭਾਵੇਂ ਉਹ ਟ੍ਰੇਲਰ ਹੋਵੇ, ਰੀਫਰ ਹੋਵੇ, ਟਰੱਕ ਹੋਵੇ, ਤੁਸੀਂ ਉਹਨਾਂ ਦੇ ਟਾਇਰ ਚੇਂਜ ਕਰਵਾ ਸਕਦੇ ਹੋ, AC ਵਰਕ ਕਰਵਾ ਸਕਦੇ ਹੋ, ਇੰਜਨ ਰੀਬਿਲਟ ਕਰਵਾ ਸਕਦੇ ਹੋ, DOT ਸੇਫਟੀ ਕਰਵਾ ਸਕਦੇ ਹੋ। ਸੋ ਇੱਕ ਵਾਰੀ ਜ਼ਰੂਰ ਜਾਓ, ਗੱਲ ਕਰੋ ਪਰਮ ਜਾਂ ਜੱਸੀ ਦੇ ਨਾਲ 3179797205 ਜਾਂ 6612045818 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਢਿੱਲੋਂ ਸਾਹਿਬ, ਕੀ SGPC ਦਾ ਕਾਰਜਕਾਰ ਇੰਨਾ ਹੀ ਘਟ ਗਿਆ ਕਿ ਦਿੱਲੀ ਕਮੇਟੀ ਨੂੰ ਪੰਜਾਬ 'ਚ ਆ ਕੇ ਧਰਮ ਪ੍ਰਚਾਰ ਕਰਨਾ ਪੈ ਰਿਹਾ? ਨਹੀਂ ਜੀ, ਕਾਰਜ ਖੇਤਰ ਨਹੀਂ ਘਟਿਆ। ਕਾਰਜ ਖੇਤਰ ਤਾਂ ਖੇਤਰ ਨਹੀਂ ਕਿ ਮੈਂ ਪ੍ਰਭਾਵ ਜਾਂ ਪ੍ਰਭਾਵ ਦੀ ਗੱਲ ਹੈ। ਪ੍ਰਭਾਵ ਇਕੱਲੇ ਤੁਸੀਂ ਦੇਖੋ ਕਿ ਪ੍ਰਭਾਵ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹਾਲਤ ਕੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈਗੀ ਕਿਸੇ ਜ਼ਮਾਨੇ ਦੇ ਵਿੱਚ ਬਹੁਤ ਪਾਵਰਫੁਲ ਹੋਇਆ ਕਰਦੀ ਸੀ ਜੀ। ਤੁਸੀਂ ਯਾਦ ਕਰੋ ਪਿਛਲੇ ਦਿਨਾਂ 'ਚ ਦਿੱਲੀ 'ਚ ਇੱਕ ਧਰਨਾ ਲੱਗਿਆ ਸੀ ਜੀ, ਬੰਦੀ ਸਿੰਘਾਂ ਨੂੰ ਰਿਹਾ ਕਰਵਾਉਣ ਵਾਸਤੇ। ਉਸ ਧਰਨੇ ਦੇ ਵਿੱਚ ਸਰਨਾ ਬ੍ਰਦਰ ਵੀ ਆਏ ਸੀ, ਉਹਦੇ ਵਿੱਚ ਮਨਜੀਤ ਸਿੰਘ ਜੀਕੇ ਵੀ ਆਏ ਸੀ ਜੀ। ਲੇਕਿਨ ਜਿਹੜੀ ਦਿੱਲੀ ਦੀ ਗੁਰਦੁਆਰਾ ਕਮੇਟੀ ਹੈ ਉਹਦੀ ਜਿਹੜੀ ਐਸ ਵੇਲੇ ਦੀ ਪ੍ਰੈਜ਼ੈਂਟ ਲੀਡਰਸ਼ਿਪ ਆ ਉਹ ਨਹੀਂ ਸੀ ਆਈ। ਹੋਰਾਂ ਜ਼ਿਲ੍ਹਿਆਂ ਦੇ ਵਿੱਚੋਂ ਵੀ, ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਲੋਕ ਗਏ ਸੀ ਔਰ ਬੜੇ ਉਤਸ਼ਾਹਿਤ ਸੀ। ਅਕਾਲੀ ਦਲ ਵਾਲੇ ਵੀ ਇਕੱਠ ਚੰਗਾ ਹੋ ਗਿਆ। ਖਬਰਾਂ ਉਦੋਂ ਇਹ ਵੀ ਆ ਗਈਆਂ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਨੂੰ ਚਿੱਠੀ ਕੱਢ ਕੇ ਕਿਹਾ ਗਿਆ ਕਿ ਤੁਸੀਂ ਵੀ ਭਾਈ ਜਾਓ, ਤੁਹਾਨੂੰ ਜਾਣਾ ਪੈਣਾ। ਉਹਨਾਂ ਨੇ ਲੰਗਰ ਪਾਣੀ ਦੀ ਜ਼ਿੰਮੇਵਾਰੀ ਵੀ ਸੰਭਾਲੀ ਤੇ ਨਾਲ ਹੀ ਉਹਨਾਂ ਨੇ ਫਿਰ ਭੀੜ ਦੇ ਵਿੱਚ ਵੀ ਵਾਅਦਾ ਕੀਤਾ ਸੀ ਜੀ। ਲੇਕਿਨ ਉਸ ਇਕੱਠ ਦੇ ਬਾਵਜੂਦ ਕੇਂਦਰ ਨਾਲ ਜਾਂ ਦਿੱਲੀ ਦੀ ਸਰਕਾਰ ਨੇ ਕਿੰਨਾ ਕੁ ਨੂੰ ਰਿਸਪੌਂਡ ਕੀਤਾ ਹੈ ਜੀ, ਇਹ ਵੇਖਣ ਵਾਲੀ ਗੱਲ ਹੈ। ਸਰਦਾਰ ਸੁਖਬੀਰ ਸਿੰਘ ਬਾਦਲ ਦੇ ਹੱਥ ਦੇ ਵਿੱਚ ਤਖਤੀ ਫੜੀ ਹੋਈ ਸੀ, ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਦੀ, ਤੇ ਬੀਬਾ ਬਾਦਲ ਦੇ ਹੱਥ ਵਿੱਚ ਵੀ ਫੜੀ ਹੋਈ ਸੀ। ਸਾਹਮਣੇ ਤੋਂ ਜਿਹੜਾ ਵੀ ਕੋਈ ਪਾਰਲੀਮੈਂਟ ਦੇ ਵਿੱਚ ਆਉਣ ਜਾਣ ਵਾਲਾ ਵੱਡਾ ਬੰਦਾ ਹੁੰਦਾ, ਕੋਈ ਪਾਵਰਫੁਲ MP ਜਾਂ ਸੀਨੀਅਰ MP ਹੁੰਦਾ, ਕੋਈ ਵਜ਼ੀਰ ਹੁੰਦਾ, ਤੇ ਉਹਨਾਂ ਨੂੰ ਦਿਖਾਇਆ ਜਾਂਦਾ ਸੀ ਜੀ ਵੀ ਬੰਦੀ ਸਿੰਘਾਂ ਨੂੰ ਰਿਹਾ ਕਰਨ ਦੇ ਲਈ ਅਸੀਂ ਆਏ ਵੀ ਹਾਂ। ਅਮਿਤ ਸ਼ਾਹ ਹੁਣੀ ਵੀ ਆਏ ਸੀ, ਲੰਘੇ ਸੀ ਉੱਥੋਂ ਦੇ, ਕਿਉਂਕਿ ਗ੍ਰਹਿ ਮੰਤਰੀ ਆ, ਪਾਰਲੀਮੈਂਟ ਜਾਣਾ ਸੀ। ਫੱਟੀ ਜੀ ਨੀਵੀਂ ਕਰ ਲਈ, ਨਹੀਂ ਵੀ ਨਹੀਂ ਕੀਤੀ ਸੀ, ਦਿਖਾਈ ਵੀ ਉਹਨਾਂ ਨੂੰ, ਪਰ ਉਹਨੇ ਕੋਈ ਬਹੁਤਾ ਉਹਦੇ ਬਾਰੇ ਧਿਆਨ ਨਹੀਂ ਦਿੱਤਾ ਤੇ ਉਹ ਆਪਦੀ ਚਾਲ ਚੱਲਦਾ ਗਿਆ। ਤੇ ਇੱਥੋਂ ਪਤਾ ਲੱਗਿਆ ਕਿ ਗੱਲ ਹੈ ਨਹੀਂ। ਹਾਲਾਂਕਿ ਜਿਹੜੇ ਸਰਨਾ ਸਾਹਿਬ ਦਾ ਬੈਠਣਾ ਤੇ ਜੀਕੇ ਦਾ ਬੈਠਣਾ ਉਹ ਕੁਝ ਥੋੜੀ ਜਿਹੀ ਲੱਗਦੀ ਸੀ ਕਿ ਗੱਲ ਵੱਧ ਸਕਦੀ ਹੈ, ਪਰ ਉਹਨਾਂ ਦਾ ਕਹਿਣਾ ਸੀ ਕਿ ਜੀ ਅਸੀਂ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਉੱਤੇ ਸਾਰਾ ਕੁਝ ਹੋਇਆ ਤਾਂ ਐਵੇਂ ਹੈ।
ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਫਿਰ ਉਦੋਂ ਬੜਾ ਗੁੱਸਾ ਕੀਤਾ ਸੀ। ਬਾਅਦ ਦੇ ਵਿੱਚ ਉਹ ਬੋਲੇ ਵੀ ਸੀ ਕਿ ਕੋਈ ਜ਼ਮਾਨਾ ਹੁੰਦਾ ਸੀ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਸੱਦਾ ਦਿੰਦੀ ਹੁੰਦੀ ਜਾਂ ਜੇ ਪ੍ਰਧਾਨ ਸਾਹਿਬ ਜਾਂਦੇ ਹੁੰਦੇ ਤੇ ਦਿੱਲੀ ਨੂੰ ਜਿਹੜੀ ਅੰਤੰਦਰਾਂ ਪੈ ਜਾਂਦੀਆਂ ਸੀ ਤੇ ਐਤਕੀ ਕਹਿੰਦੇ ਕਿਸੇ ਨੇ ਗੱਲ ਹੀ ਨਹੀਂ ਸੁਣੀ। ਇੱਥੋਂ ਤੱਕ ਕਿ ਉਹਨਾਂ ਨੇ ਕੇਜਰੀਵਾਲ ਦੀ ਜਿਹੜੀ ਹੈਗੀ ਹੈ ਕਮਿਊਨਿਟੀ ਉਹਦਾ ਵੀ ਉਹਨਾਂ ਨੇ ਨਾਂ ਲੈ ਕੇ ਗੱਲ ਕੀਤੀ ਵੀ ਲਾਲੇ ਨੇ ਵੀ ਸਾਡੀ ਗੱਲ ਨਹੀਂ ਸੁਣੀ, ਸ਼ਬਦ ਲਾਲਾ ਇਸਤੇਮਾਲ ਕੀਤਾ ਸੀ ਸ਼੍ਰੋਮਣੀ ਕਮੇਟੀ ਵਾਲਿਆਂ ਦਾ। ਤੇ ਫਿਰ ਉਹਨਾਂ ਨੇ ਕਿਹਾ ਵੀ ਯਾਰ ਛੱਡੋ ਪਰੇ ਗੱਲਾਂ, ਹੁਣ ਤੁਸੀਂ ਹਰ ਗੁਰੂ ਘਰ ਦੇ ਵਿੱਚ ਬੰਦੀ ਸਿੰਘਾਂ ਨੂੰ ਰਿਹਾ ਕਰਨ ਵਾਲੇ ਜਿਹੜੇ ਹੈਗੇ ਆ ਮਾਟੋ ਲਾਓ, ਉੱਥੇ ਜਿਹੜੇ ਹੈਗੇ ਆ ਨਿਸ਼ਾਨ ਸਾਹਿਬ ਚੜਾਓ ਤੇ ਵਗੈਰਾ ਵਗੈਰਾ। ਹੁਣ ਤੁਸੀਂ ਕਹਿੰਦੇ ਹੋ ਵੀ ਦਿੱਲੀ ਦੀ ਕਮੇਟੀ ਆ ਕੇ ਇੱਥੇ ਸਾਰਾ ਕੁਝ ਕਰਦੀ ਹੈ ਤੇ ਇਹਦਾ ਮਤਲਬ ਇਹ ਹੈ ਕਿ ਪ੍ਰਭਾਵ ਘਟ ਰਿਹਾ ਤੇ ਪ੍ਰਭਾਵ ਘਟਣ ਦਾ ਕਾਰਨ ਜਿਹੜਾ ਹੈਗਾ ਉਹ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਿਆਸੀਕਰਨ ਹੋਣਾ। ਯਾਦ ਕਰੋ ਤੁਸੀਂ ਜਦੋਂ ਗੁਰਧਾਮਾਂ ਨੂੰ ਆਜ਼ਾਦ ਕਰਾਉਣਾ ਸੀ ਮਹੰਤਾਂ ਤੋਂ, ਉਹਦੇ ਲਈ ਉਸ ਵੇਲੇ ਜਿਹੜੇ ਹੈਗੇ ਛੋਟੇ ਛੋਟੇ ਜਿਹੜੇ ਹੈ ਅਕਾਲੀ ਜਥੇ, ਜਿਹੜੇ ਆਪਾਂ ਕਹਿ ਸਕਦੇ ਕਿ ਕਿਸਮ ਦੇ ਕੁਰਬਾਨੀ ਵਾਲੇ ਜਥੇ ਹੁੰਦੇ ਸੀ, ਉਹ ਜ਼ਿਲ੍ਹਿਆਂ ਦੇ ਵਿੱਚ ਬਲਾਕਾਂ ਦੇ ਵਿੱਚ ਬਣਦੇ ਹੁੰਦੇ ਸੀ। ਜਥਾ ਬਣਾ ਲੈਣਾ ਔਰ ਉਹ ਜਥਾ ਫਿਰ ਜਾ ਕੇ ਜਿਹੜਾ ਹੈਗਾ ਖਾੜਕੂ ਰਾਹ ਅਪਣਾਉਂਦਾ ਤੇ ਜਿਹੜੇ ਮਹੰਤ ਸੀ ਉਹਨਾਂ ਤੋਂ ਮਹੰਤਾਂ ਤੋਂ ਗੁਰੂ ਘਰਾਂ ਨੂੰ ਖਾਲੀ ਕਰਵਾਉਂਦਾ। ਫਿਰ ਇਹ ਮਹਿਸੂਸ ਕੀਤਾ ਗਿਆ ਵੀ ਨਹੀਂ, ਇਹ ਗੱਲ ਠੀਕ ਨਹੀਂ। ਇੱਕ ਕੇਂਦਰੀ ਕਮਾਂਡ ਚਾਹੀਦੀ ਹੈ, ਇਹਨਾਂ ਨੂੰ ਕੰਟਰੋਲ ਕਰਨਾ ਚਾਹੀਦਾ, ਸਾਰਿਆਂ ਨੂੰ ਸੂਤਰਬੱਧ ਕਰਨਾ ਚਾਹੀਦਾ, ਆਰਗੇਨਾਈਜ਼ ਕਰਨਾ ਚਾਹੀਦਾ। ਉਹਦੇ ਵਾਸਤੇ ਕੀ ਕੀਤਾ ਜਾਵੇ? ਮਹਿਸੂਸ ਕੀਤਾ ਗਿਆ ਕਿ ਉਹਦੇ ਵਾਸਤੇ ਇੱਕ ਆਰਗੇਨਾਈਜੇਸ਼ਨ ਚਾਹੀਦੀ ਹੈ। ਫਿਰ 1920 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਪੈਦਾ ਹੁੰਦਾ ਹੈ। ਸ਼੍ਰੋਮਣੀ ਅਕਾਲੀ ਦਲ ਬੇਸਿਕਲੀ ਜਿਹੜੀ ਬੁਨਿਆਦੀ ਤੌਰ ਦੇ ਉੱਤੇ ਜਿਹੜੀ ਉਹਦਾ ਕੰਮ ਸੀ, ਉਹਦਾ ਕੰਮ ਸੀ ਕਿ ਗੁਰਦੁਆਰਾ ਸੁਧਾਰ ਲਹਿਰ ਨੂੰ ਤਿੱਖਾ ਕੀਤਾ ਜਾਵੇ, ਤੇਜ਼ ਕੀਤਾ ਜਾਵੇ। ਔਰ ਥੋੜੇ ਸਮੇਂ ਦੇ ਵਿੱਚ ਹੀ ਲਹਿਰ ਇੰਨੀ ਤਿੱਖੀ ਤੇ ਮਜ਼ਬੂਤ ਹੋ ਗਈ ਸੀ ਕਿ ਫਿਰ ਚਾਬੀਆਂ ਦਾ ਵੀ ਮੋਰਚਾ ਲੱਗਿਆ, ਬੜੇ ਮੋਰਚੇ ਲੱਗੇ ਤੇ ਕੇਂਦਰ ਸਰਕਾਰ ਨੂੰ ਝੁਕਣਾ ਪੈ ਗਿਆ ਸੀ। ਚਾਬੀਆਂ ਦੇ ਮੋਰਚੇ ਵੇਲੇ ਜਦੋਂ ਲੱਗਿਆ ਤੇ ਫਿਰ ਬਾਅਦ ਦੇ ਵਿੱਚ ਚਾਬੀਆਂ ਸਪੁਰਦ ਕੀਤੀਆਂ ਅਕਾਲੀ ਲੀਡਰਸ਼ਿਪ ਦੀ ਉਸ ਵੇਲੇ। ਉਦੋਂ ਕੌਮੀ ਲੀਡਰਸ਼ਿਪ ਨੇ, ਚਾਹੇ ਉਹ ਮਹਾਤਮਾ ਗਾਂਧੀ ਸੀ, ਚਾਹੇ ਉਹ ਜਵਾਹਰ ਲਾਲ ਨਹਿਰੂ ਸੀ, ਉਹਨਾਂ ਨੇ ਸਲਾਮ ਕੀਤਾ ਸੀ ਅਕਾਲੀ ਮੂਵਮੈਂਟ ਨੂੰ, ਸਿੱਖ ਭਾਈਚਾਰੇ ਨੂੰ। ਮਹਾਤਮਾ ਗਾਂਧੀ ਨੇ ਤਾਂ ਚਿੱਠੀ ਵੀ ਲਿਖਤੀ ਸੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੂੰ ਉਸ ਵੇਲੇ ਦੇ ਨੂੰ ਕਿ ਆਜ਼ਾਦੀ ਦੀ ਲੜਾਈ ਦਾ ਪਹਿਲਾ ਪੜਾਅ ਹੈ ਜਿਹੜਾ ਉਹ ਆਪਾਂ ਜਿੱਤ ਲਿਆ। ਇਹ ਸਾਰੀ ਗੱਲ ਕਹੀ ਸੀ ਕਿਉਂਕਿ ਉਦੋਂ ਜਿਹੜੀ ਭਾਵਨਾ ਸੀਗੀ ਸਾਡੀ ਲੀਡਰਸ਼ਿਪ ਦੇ ਵਿੱਚ, ਉਹ ਭਾਵਨਾ ਹੁੰਦੀ ਸੀ ਕਿ ਮੈਂ ਮਰਾਂ ਪੰਥ ਜੀਵੇ। ਅੱਜ ਸਥਿਤੀ ਕੀ ਹੈ? ਅੱਜ ਇਹ ਕਿ ਜੇ ਤੁਸੀਂ ਰਾਜ ਭਾਗ ਦੀ ਖਾਤਰ ਆਪਣੇ ਬੁਨਿਆਦੀ ਜਿਹੜੇ ਹੈਗੇ ਤੁਹਾਡੇ ਸਿਧਾਂਤ ਉਹਨਾਂ ਨੂੰ ਤਲਾਂਜਲੀ ਦੇ ਦਿਓ ਤਾਂ ਫਿਰ ਬਣੂਗਾ ਕੀ? ਬਿਲਕੁਲ। ਅਸੀਂ ਡੇਰਾਵਾਦ ਦੇ ਖਿਲਾਫ ਹਾਂ। ਗੁਰੂ ਗ੍ਰੰਥ ਸਾਹਿਬ ਨੂੰ ਸਾਰੇ ਸਿੱਖ ਜਿਹੜੇ ਹੈਗੇ ਉਹ ਮੰਨਦੇ ਆ ਕਿ ਸਾਡੇ ਸਭ ਕੁਝ ਗੁਰੂ ਗ੍ਰੰਥ ਸਾਹਿਬ ਹੈ, ਬਿਲਕੁਲ, ਇਹਨਾਂ ਤੋਂ ਇਲਾਵਾ ਹੋਰ ਕੁਝ ਵੀ ਨਹੀਂ। ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਹੋਣ ਦਾ ਵੱਡਾ ਕਾਰਨ ਕੀ ਸੀ? ਵੱਡਾ ਕਾਰਨ ਇਹ ਸੀ ਕਿ ਡੇਰਾ ਮੁਖੀ ਦੀ ਜਿਹੜੀ ਫਿਲਮ ਸੀ MSC 2 ਉਹ ਨਹੀਂ ਸੀ ਲੱਗ ਸਕਦੀ ਪੰਜਾਬ 'ਚ। ਕਿਉਂ? ਇਸ ਵਾਸਤੇ ਕਿ ਮਈ 2007 ਦੇ ਵਿੱਚ ਸਲਾਬਤਪੁਰਾ ਜਿਹੜਾ ਉਹਦਾ ਪੰਜਾਬ ਵਾਲਾ ਹੈੱਡਕੁਆਟਰ ਹੈ, ਇੱਥੇ ਜਦੋਂ ਉਹਨੇ ਰੂਹ ਅਫਜ਼ਾ ਦੇ ਵਿੱਚ ਦੁੱਧ ਵਗੈਰਾ ਸ਼ਰਬਤ ਪਾ ਕੇ ਉਹ ਪਿਆ ਸੀ ਆਪਦੇ ਕੁਛ ਅਨੁਆਈਆਂ ਨੂੰ, ਆਪਦੇ ਚੇਲਿਆਂ ਨੂੰ, ਤੇ ਉਹਨਾਂ ਨੂੰ ਕਿਹਾ ਸੀ ਕਿ ਇਹ ਇਨਸਾਨ ਬਣ ਗਏ। ਠੀਕ ਉਸੇ ਤਰ੍ਹਾਂ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸਾਜਿਆ ਸੀ, ਉਹਦੇ ਵਿਰੋਧ ਦੇ ਵਿੱਚ ਪ੍ਰੋਟੈਸਟ ਹੋਇਆ ਸੀ ਬਠਿੰਡੇ 'ਚ। ਪਤਾ ਆਪਾਂ ਨੂੰ ਇੱਥੇ ਵੀ ਫਿਰ ਉਹ ਟੱਕਰ ਹੋਈ ਸੀ ਸਿੱਖਾਂ ਦੀ ਤੇ ਅਕਾਲੀਆਂ ਇਹਨਾਂ ਦੀ ਪ੍ਰੇਮੀਆਂ ਦੀ। ਤੇ ਆਪਾਂ ਤਾਂ ਮੰਜ਼ਰ ਆਪਣੀਆਂ ਅੱਖਾਂ ਨਾਲ ਦੇਖਿਆ ਬਿਲਕੁਲ ਜੀ ਕਿ ਕਿਵੇਂ ਜਿਹੜੀਆਂ ਸਰਕਾਰੀ ਗੱਡੀਆਂ ਦੀ ਭੰਨ ਤੋੜ ਹੋਈ, ਪੁਰਾਣੀਆਂ ਆਪਣੀਆਂ ਨਿੱਜੀ ਗੱਡੀਆਂ ਦੀ ਭੰਨ ਤੋੜ ਹੋਈ, ਇੱਥੋਂ ਤੱਕ ਕਿ ਮੀਡੀਆ ਕਰਮੀਆਂ ਨੂੰ ਵੀ ਸੱਟਾਂ ਲੱਗ ਗਈਆਂ ਸੀ, ਪੁਲਿਸ ਨੂੰ ਟੀਅਰ ਗੈਸ ਵਗੈਰਾ ਛੱਡਣੀ ਪਈ ਸੀ ਵਗੈਰਾ ਵਗੈਰਾ। ਬਾਅਦ ਦੇ ਵਿੱਚ ਦਮਦਮਾ ਸਾਹਿਬ ਦੇ ਵਿੱਚ ਇੱਕ ਕਨਵੈਨਸ਼ਨ ਹੋਈ ਸੀ, ਪੰਥਕ ਕਨਵੈਨਸ਼ਨ, ਤੇ ਉਸ ਪੰਥਕ ਕਨਵੈਨਸ਼ਨ ਨੇ ਡੇਰਾ ਮੁਖੀ ਨੂੰ ਜਿਹੜਾ ਹੈਗਾ ਪੰਥ ਛੇਕਣ ਵਾਸਤੇ ਪ੍ਰੈਸ਼ਰ ਬਿਲਡ ਕੀਤਾ ਸੀ ਤੇ ਸਿੰਘ ਸਾਹਿਬਾਨ ਨੇ ਫਿਰ ਉੱਥੇ ਐਲਾਨ ਕਰਤਾ ਸੀ ਕਿ ਉਹਨੂੰ ਪੰਥ ਵਿੱਚੋਂ ਛੇਕ ਦਿੱਤਾ ਗਿਆ। ਲੇਕਿਨ 25 ਸਾਲ ਰਾਜ ਕਰਨ ਦਾ ਜਿਹੜਾ ਉਹ ਸੁਪਨਾ ਸੀ, ਉਸ ਸੁਪਨੇ ਨੂੰ ਸਾਕਾਰ ਕਰਨ ਵਾਸਤੇ ਵੇਲੇ ਦੀ ਅਕਾਲੀ ਲੀਡਰਸ਼ਿਪ ਨੇ ਡੇਰਾ ਮੁਖੀ ਨੂੰ ਜਿਹੜਾ ਪੰਥ ਛੇਕਿਆ ਸੀ ਉਹ ਹੁਕਮਨਾਮਾ ਵਾਪਸ ਕਰਵਾਉਣ ਵਾਸਤੇ ਵੇਲੇ ਦੇ ਜਿਹੜੇ ਸੀਗੇ ਸਿੰਘ ਸਾਹਿਬਾਨ ਉਹਨਾਂ ਦੇ ਉੱਤੇ ਪ੍ਰੈਸ਼ਰ ਬਿਲਡ ਕੀਤਾ। ਗਿਆਨੀ ਗੁਰਮੁਖ ਸਿੰਘ ਹੋਣੀ ਜਿਹੜੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਐਕਟਿੰਗ ਜਥੇਦਾਰ ਹੁੰਦੇ ਸੀ, ਉਹਨਾਂ ਨੇ ਤਾਂ ਸਾਰਾ ਭਾਂਡਾ ਹੀ ਭੰਨਤਾ ਸੀ, ਦੱਸ ਦਿੱਤਾ ਸੀ ਕਿ ਜੀ ਸਾਨੂੰ ਤਾਂ ਜਿਹੜਾ ਸਰਕਾਰੀ ਦਰਬਾਰ ਤੇ ਸੱਦਿਆ ਗਿਆ ਸੀ, ਤਖਤ ਜਿਹੜਾ ਦੁਨਿਆਵੀ ਤਖਤ ਦੇ ਉੱਤੇ ਬੁਲਾ ਕੇ ਤੇ ਹੁਕਮ ਦਿੱਤਾ ਗਿਆ ਸੀ ਕਿ ਤੁਸੀਂ ਇਹ ਗੱਲ ਕਰੋ
ਤੇ ਉਹਨੇ ਵੀ ਕਿਹਾ ਕਿ ਮੈਂ ਬਾਦਲ ਸਾਹਿਬ ਨੂੰ ਉਦੋਂ ਕਿਹਾ ਸੀ ਕਿ ਜੀ ਭਾਵੇਂ ਹੁਕਮ ਭੇਜ ਦਿਆ ਕਰੋ ਪਰ ਸਾਡੇ ਨਾਲ ਆ ਨਾ ਕਰੋ, ਸਾਨੂੰ ਇੱਥੇ ਨਾ ਬੁਲਾਇਆ ਕਰੋ, ਇੱਥੇ ਨਾ ਬੁਲਾਇਆ ਕਰੋ, ਇੱਥੇ ਨਾ ਬੁਲਾਇਆ ਕਰੋ, ਘੱਟੋ ਘੱਟੋ ਘੱਟ ਘੱਟ ਇੰਨੀ ਕੁ ਕਦਰ ਰਹਿੰਦੇ ਹੋ। ਤੇ ਦਾਨੇਵਾਲ ਸਾਹਿਬ ਫਿਰ ਉੱਥੋਂ ਬੇਅਦਬੀ ਦੀਆਂ ਘਟਨਾਵਾਂ ਹੋਈਆਂ, ਬੜਾ ਕੁਛ ਹੋਇਆ। ਜੀ ਹੁਣ ਇਹ ਜਿਹੜਾ ਸਾਰਾ ਕੁਛ ਹੋਇਆ ਤੇ ਇਹ ਸਾਰੇ ਕੁਛ ਦਾ ਇਹ ਹੈ ਕਿ ਇਸ ਵੇਲੇ ਜਿਹੜੀ ਗ੍ਰਿਪ ਹੈ ਜੀ। ਉਹ ਟੁੱਟ ਰਹੀ ਹੈ। ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੇਧ ਦੇਣ ਵਾਲੀ ਪੋਲੀਟੀਕਲ ਲੀਡਰਸ਼ਿਪ ਹੈ, ਉਹ ਪੋਲੀਟੀਕਲ ਲੀਡਰਸ਼ਿਪ ਜਦੋਂ ਪੰਥਕ ਨਾ ਰਹਿ ਕੇ ਇੱਕ ਪਰਿਵਾਰ ਦੇ ਹੱਥਾਂ 'ਚ ਚਲੀ ਗਈ ਹੈ ਜੀ ਤਾਂ ਨੈਚੁਰਲੀ ਇਹਦਾ ਪ੍ਰਭਾਵ ਘਟਣਾ ਸੀ। ਤੇ ਪ੍ਰਭਾਵ ਘਟਦਿਆਂ ਕਿੱਥੇ ਆ ਗਿਆ ਕਿ ਪਿਛਲੀ ਵਾਰੀ 15 ਐਮਐਲਏ, ਐਤਕੀ ਐਮਐਲਏ ਘਟ ਕੇ ਰਹਿ ਗਏ 3 ਤੇ ਤਿੰਨਾਂ ਦੇ ਵਿੱਚੋਂ ਇੱਕ ਜਿਹੜੇ ਹੈਗੇ ਆਲੀਵਾਲ ਸਾਹਿਬ, ਉਹਨਾਂ ਨੇ ਏਆਲੀ ਸਾਹਿਬ ਉਹਨਾਂ ਨੇ ਕਹਿ ਦਿੱਤਾ ਸੀ ਜੀ ਵੀ ਮੈਂ ਆਪਣੀ ਜ਼ਮੀਰ ਮੁਤਾਬਕ ਵੋਟ ਪਾਊਂਗਾ। ਅਸੀਂ ਬੀਜੇਪੀ ਦੇ ਦੁਮਛੱਲੇ ਬਣੇ ਫਿਰਦੇ ਹਾਂ। ਬੀਜੇਪੀ ਨੇ ਸਾਨੂੰ ਦਿੱਤਾ ਕੀ ਹੈ? ਸਾਨੂੰ ਇਹ ਦੱਸੋ ਕਿ ਕਾਂਗਰਸ ਨੇ ਤਾਂ ਧੱਕਾ ਕੀਤਾ ਤੇ ਬੀਜੇਪੀ ਨੇ ਕੀ ਫੁੱਲ ਦਿੱਤੇ? ਤੋਂ ਅਸੀਂ ਕੁਝ ਹਾਸਲ ਨਹੀਂ ਕਰ ਸਕੇ। ਤੇ ਇਹਦਾ ਮਤਲਬ ਹੈ ਕਿ ਸਾਡੀ ਆਪ ਦੀ ਲੀਡਰਸ਼ਿਪ ਦੇ ਵਿੱਚ ਵੀ ਕੋਈ ਕਮੀ ਪੇਸ਼ੀ ਹੈ। ਸੋ ਇਹ ਸਾਰਾ ਕੁਝ ਜਿਹੜਾ ਚੱਲਦਾ ਜੀ ਇਹਦੇ 'ਚ ਇਹ ਹੈ ਕਿ ਅਸਲ ਦੇ ਵਿੱਚ ਇੱਕ ਬਗਾਵਤ ਹੈ। ਉਹ ਬਗਾਵਤ ਅੰਦਰ ਖਾਤੇ ਅਜੇ ਤੱਕ ਉਹ ਸੁਲਗ ਰਹੀ ਹੈ ਜੀ ਔਰ ਉਹ ਹੈਗੀ ਬਾਦਲ ਪਰਿਵਾਰ ਦੀ ਜਿਹੜੀ ਲੀਡਰਸ਼ਿਪ ਹੈ ਉਹਦੇ ਖਿਲਾਫ ਜੀ। ਉਹਦਾ ਨਤੀਜਾ ਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਕੰਟਰੋਲ ਜ਼ਰੂਰ ਹੈਗਾ ਪਰ ਉਸ ਕੰਟਰੋਲ ਨੂੰ ਆਪਾਂ ਇਹ ਕਹਿ ਸਕਦੇ ਕਿ ਉਹ ਕਾਗਜ਼ਾਂ ਪੱਤਰਾਂ ਦੇ ਵਿੱਚ ਬੰਦੇ ਬੈਠੇ ਹੈ, ਜਨਤਕ ਪ੍ਰਭਾਵ ਉਹਦਾ ਨਹੀਂ ਹੈ। ਔਰ ਇਹੀ ਕਾਰਨ ਹੈ ਕਿ ਹੁਣ ਦਿੱਲੀ ਦੀ ਗੁਰਦੁਆਰਾ ਕਮੇਟੀ ਹੈ ਜਿਹੜੀ, ਉਹਨਾਂ ਨੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਦਫ਼ਤਰ ਖੋਲ੍ਹਣ ਦਾ ਵੀ ਫੈਸਲਾ ਲੈ ਲਿਆ ਔਰ ਉਹ ਦਫ਼ਤਰ ਖੋਲ੍ਹਣ ਤੋਂ ਬਾਅਦ ਉਹ ਕਹਿੰਦੇ ਜੀ ਧਰਮ ਪ੍ਰਚਾਰ ਅਸੀਂ ਕਰਾਂਗੇ। ਇਹ ਉਹ ਕਹਿੰਦੇ ਹੈ ਕਿ ਧਰਮ ਪ੍ਰਚਾਰ ਪੰਜਾਬ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਕਰ ਰਹੀ। ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਥੇ ਧਰਮ ਪ੍ਰਚਾਰ ਨਹੀਂ ਕਰ ਰਹੀ ਤਾਂ ਨਤੀਜਾ ਇਹ ਹੈ ਕਿ ਜਿਹੜੀ ਪੰਥਕ ਭਾਵਨਾ ਉਹ ਖਤਮ ਹੁੰਦੀ ਜਾ ਰਹੀ ਹੈ। ਹੁਣ ਬਹੁਤ ਲੋਕ ਕਹਿੰਦੇ ਕਿ ਜੀ ਪੰਜਾਬ ਦੇ ਵਿੱਚ ਵੀ ਜੇ ਭਾਰਤੀ ਜਨਤਾ ਪਾਰਟੀ ਆ ਸਕਦੀ ਹੈ ਔਰ ਆ ਸੰਗਰੂਰ ਦੀ ਬਾਈ ਇਲੈਕਸ਼ਨ ਨੇ ਤਾਂ ਲੋਕ ਸਭਾ ਦੀ ਨੇ ਇਹ ਗੱਲ ਸਪਸ਼ਟ ਕਰ ਦਿੱਤੀ ਕਿ ਅਕਾਲੀ ਦਲ ਸਭ ਤੋਂ ਥੱਲੇ ਤੇ ਭਾਰਤੀ ਜਨਤਾ ਪਾਰਟੀ ਦੀਆਂ ਵੋਟਾਂ ਅਕਾਲੀ ਦਲ ਤੋਂ ਵੱਧ। ਤਾਂ ਇਹ ਫਿਰ ਇੱਕ ਸਿਧਾਂਤਕ ਨੁਕਸਾਨ ਤਾਂ ਹੈ ਹੀ ਹੈ। ਉਸ ਸਿਧਾਂਤਕ ਨੁਕਸਾਨ ਨੂੰ ਖਤਮ ਕਰਨ ਵਾਸਤੇ ਕਹਿੰਦੇ ਜੀ ਹੁਣ ਅਸੀਂ ਕਰਾਂਗੇ। ਯਾਦ ਕਰੋ ਕੋਈ ਜ਼ਮਾਨਾ ਹੁੰਦਾ ਸੀ ਜਦੋਂ ਦਿੱਲੀ ਦੇ ਸਿੱਖਾਂ ਨੂੰ ਕੋਈ ਪ੍ਰੋਬਲਮ ਪੈਂਦੀ ਸੀ ਤੇ ਪੰਜਾਬ ਦੇ ਲੋਕ ਜਾਂਦੇ ਸੀ, ਮੋਰਚੇ ਲਾਉਂਦੇ ਸੀ, ਉੱਥੇ ਜਾ ਕੇ ਕਰਦੇ। ਤੁਸੀਂ ਦੇਖੋ ਕਿ ਜਿਹੜਾ ਕੁਤਵਾਲੀ ਵਾਲਾ ਮੋਰਚਾ ਸੀ ਦਿੱਲੀ ਦੇ ਵਿੱਚ ਗੁਰਦੁਆਰਾ ਕਮੇਟੀ ਬਣਾਈ ਜਾਵੇ, ਇਹ ਮੋਰਚੇ ਸੀ। ਗੁਰਦੁਆਰਾ ਸੀਸਗੰਜ ਸਾਹਿਬ ਦਾ ਰੁਤਬਾ ਬਹਾਲ ਕਰਨ ਵਾਸਤੇ ਜਿਹੜੇ ਮੋਰਚੇ ਸੀ ਉਹ ਤਾਂ ਸਾਰੇ ਇੱਥੋਂ ਲੱਗਦੇ ਹੁੰਦੇ ਸੀ, ਇੱਥੋਂ ਦੇ ਲੋਕ ਜਾਂਦੇ ਹੁੰਦੇ ਸੀ। ਤੇ ਹੁਣ ਇਹ ਲੀਡਰਸ਼ਿਪ ਦੀ ਕਮੀ ਦਾ ਹੀ ਇੱਕ ਕਾਰਨ ਹੈ ਕਿ ਦਿੱਲੀ ਦੇ ਸਿੱਖ ਅਸੀਂ ਤਾਂ ਫਿਰ ਵੈਲਕਮ ਕਰਾਂਗੇ ਕਿਉਂਕਿ ਸਿੱਖਾਂ ਦਾ ਕੋਈ ਇੱਕ ਦੇਸ਼ ਨਹੀਂ ਹੁੰਦਾ। ਸਿੱਖ ਸਾਰੀ ਦੁਨੀਆ ਦੇ ਵਿੱਚ ਸਰਵ ਵਿਆਪਕ ਹੈ। ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਹਾ, ਗੁਰੂਆਂ ਨੇ ਕਿਹਾ ਕਿ ਸਿੱਖੀ ਸਰਵ ਵਿਆਪਕ ਹੈ, ਸਾਰੇ ਥਾਵਾਂ ਦੇ ਉੱਤੇ ਮੌਜੂਦ ਹੈ। ਤੇ ਆਪਾਂ ਦੁਨੀਆ ਦੇ ਸਾਰੇ ਥਾਵਾਂ 'ਚ ਦੇਖੀਏ ਜੇ ਗੋਰੇ ਸਿੱਖ ਵੀ ਇੱਥੇ ਪ੍ਰਚਾਰ ਕਰਨਾ ਹੁਣ ਅਸੀਂ ਉਹਨਾਂ ਨੂੰ ਵੀ ਵੈਲਕਮ ਦੇਖੋ ਜੀ। ਉਹ ਵੀ ਦਿੱਲੀ ਵਾਲੇ ਸਿੱਖ ਵੀ ਤਾਂ ਸਾਡੇ ਸ਼ਹਿਰੀ ਸਿੱਖ ਭਰਾ ਹੈ, ਉਹ ਆ ਕੇ ਪ੍ਰਚਾਰ ਕਰਨਗੇ, ਵੈਲਕਮ ਕਰਨਾ ਬਣਦਾ ਹੈ। ਤੁਸੀਂ ਦੇਖੋ ਕਿ ਇੱਥੇ ਇੱਕ ਸਰਾਂ ਵੀ ਬਣਾਈ ਹੋਈ ਹੈ ਅੰਮ੍ਰਿਤਸਰ ਸਾਹਿਬ ਦੇ ਵਿੱਚ, ਇੱਕ ਸਰਾਂ ਬਣਾਈ ਹੋਈ ਹੈ ਜਿਸ ਦਿੱਲੀ ਦੀ ਕਮੇਟੀ ਨੇ ਜੋ ਪ੍ਰਚਾਰ ਕਰਦੇ ਤਾਂ ਚੰਗੀ ਗੱਲ ਹੈ ਪਰ ਇਹ ਸੋਚਣਾ ਅਕਾਲੀ ਲੀਡਰਸ਼ਿਪ ਨੂੰ ਪੈਣਾ ਵੀ ਹੋ ਕੀ ਗਿਆ। ਉਲਟੇ ਬਾਂਸ ਬਰੇਲੀ ਕੋ ਪਹਿਲਾਂ ਤੁਸੀਂ ਇਹ ਕਹਾਵਤ ਸੱਚੀ ਹੁੰਦੀ ਹੈ। ਆਪ ਕਹਾਵਤ ਹੈ, ਆਹੀ ਕਾਰਨ ਹੈ ਜੀ। ਸੋ ਕਿਸੇ ਤਰ੍ਹਾਂ ਦੀ ਤੁਹਾਨੂੰ ਪੁਰਾਣੀ ਬਿਮਾਰੀ ਹੈ ਜੀ ਤੇ ਤੁਸੀਂ ਉਹਦਾ ਇਲਾਜ ਕਰਾਉਣਾ ਚਾਹੁੰਦੇ ਹੋ ਤਾਂ ਅਮਰੀਕਾ ਦੇ ਮਸ਼ਹੂਰ ਹੋਮੋਪੈਥ ਡਾਕਟਰ ਹਰਮਿੰਦਰ ਗਿੱਲ ਹੋਰਾਂ ਦੇ ਨਾਲ 4083737100 ਤੇ ਅਪਾਇੰਟਮੈਂਟ ਬਣਾ ਸਕਦੇ ਹੋ। ਤੁਸੀਂ ਪੰਜਾਬੀ ਦੇ ਵਿੱਚ ਇਹਨਾਂ ਨਾਲ ਸਲਾਹ ਮਸ਼ਵਰਾ ਕਰ ਸਕਦੇ ਹੋ, ਤੁਹਾਡੀ ਦਵਾਈ ਤੁਹਾਡੇ ਘਰ ਪਹੁੰਚਦੀ ਕਰ ਸਕਦੇ ਨੇ। ਘਰੇ ਵਿਆਹ ਸ਼ਾਦੀ ਹੈ ਤਾਂ ਤੁਸੀਂ ਸੋਨੇ ਦੇ ਗਹਿਣੇ ਖਰੀਦਣੇ ਹੈ, ਭਾਵੇਂ ਕੁੰਦਨ ਹੋਵੇ ਤੇ ਜਾਂ ਦੂਜੇ ਕੈਂਠਾ ਹੋਵੇ ਜਾਂ ਟਿੱਕਾ ਰਾਣੀ ਹਾਰ ਹੋਵੇ ਜਾਂ ਚੂੜੀਆਂ ਟੌਪਸ, ਤਾਂ ਫਿਰ ਤੁਸੀਂ ਬਹੁਤ ਵਧੀਆ ਲੋਕੇਸ਼ਨ 'ਤੇ ਜਾ ਸਕਦੇ ਹੋ। 25416 104 ਐਵੀਨਿਊ ਕੈਂਟ। ਏਸੀ ਜੁਐਲਰਸ ਜੋ ਪਿਓਰ ਸੋਨੇ ਦੀ ਗਰੰਟੀ ਦਿੰਦਾ, ਤੁਹਾਨੂੰ ਇੰਪੋਰਟ ਵੀ ਕਰਦੇ ਨੇ, ਆਰਡਰ 'ਤੇ ਵੀ ਗਹਿਣੇ ਤਿਆਰ ਕਰਦੇ ਨੇ। ਕਾਲ ਕਰੋ 8568038877 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਢਿੱਲੋਂ ਸਾਹਿਬ ਹੁਣ ਰਾਜ ਬਹਾਦਰ ਹੋਰਾਂ 'ਤੇ ਕਹਿੰਦੇ ਕਿ ਬੜਾ ਕੜਕੀ ਫਸੀ ਪਈ ਹੈ ਗੱਲ, CMO ਆਫਿਸ ਇਜ਼ਨਟ ਫਿਕਸ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਦੇਖੋ ਗੱਲ ਇਹ ਹੈ ਜਿੱਥੋਂ ਤੱਕ ਰਾਜ ਬਹਾਦਰ ਹੋਣੀ ਹੈ, ਜਿਹੜੇ ਬਾਬਾ ਫਰੀਦ ਯੂਨੀਵਰਸਿਟੀ ਦੇ ਫਰੀਦਕੋਟ ਦੇ ਵਾਈਸ ਚਾਂਸਲਰ ਹੁੰਦੇ ਸੀ, ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਜੀ। ਅਸਤੀਫੇ ਦੇਣ ਦਾ ਜਿਹੜਾ ਕਾਰਨ ਹੈ ਉਹ ਇਹ ਸੀ ਕਿ ਚੇਤਨ ਸਿੰਘ ਜੌੜ ਮਾਜਰਾ ਜਿਹੜੇ ਸਾਡੇ ਪੰਜਾਬ ਦੇ ਸਿਹਤ ਮੰਤਰੀ, ਉਹ ਪਿਛਲੇ ਦਿਨਾਂ 'ਚ ਉੱਥੇ ਗਏ ਸੀ ਔਰ ਉਹਨਾਂ ਨੇ ਜਾ ਕੇ ਜਦੋਂ ਉੱਥੋਂ ਦੀ ਸਥਿਤੀ ਦੇਖੀ ਤੇ ਕਹਿੰਦੇ ਜੀ ਉਹਨਾਂ ਨੇ ਫਿਰ ਉਹਨੂੰ ਕਾਫੀ
ਗੰਭੀਰਤਾ ਨਾਲ ਨੋਟ ਕੀਤਾ ਤੇ ਰਾਜ ਬਹਾਦਰ ਸਿੰਘ ਦੀ ਕਾਫੀ ਲਾਪਾ ਕੀਤੀ ਸੀ। ਸਿੰਘ ਨਹੀਂ, ਰਾਜ ਬਹਾਦਰ ਇਕੱਲੇ ਦੀ। ਉਹਦੇ ਤੇ ਫਿਰ ਇਹ ਵੀ ਆ ਗਈ ਸੀ, ਆਪਾਂ ਗੱਲ ਪਿਛਲੇ ਦਿਨਾਂ 'ਚ ਕੀਤੀ ਸੀ ਕਿ ਸਕ੍ਰਿਪਟ ਹੈ ਜਿਹੜੀ ਉਹ ਪਹਿਲਾਂ ਹੀ ਲਿਖੀ ਹੋਈ ਸੀ, ਇਬਾਰਤ ਪਹਿਲਾਂ ਹੀ ਲਿਖੀ ਹੋਈ ਸੀ। ਤੇ ਉਹ ਹੁਣ ਨਵੀਆਂ ਗੱਲਾਂ ਆ ਰਹੀਆਂ ਕਿ ਇਬਾਰਤ ਦਾ ਕਾਰਨ ਇਹ ਹੈ ਕਿ ਕੁਛ ਉੱਥੇ ਅਸਾਮੀਆਂ ਨਿਕਲ ਗਈਆਂ ਸੀ ਤੇ ਜਿਹੜੇ ਹਲਕਿਆਂ ਦੇ ਇੰਚਾਰਜ MLA ਸਾਹਿਬਾਨ ਹੈ ਉਹਨਾਂ ਨੇ ਵੀ ਕਹਿੰਦੇ ਸਿਫਾਰਸ਼ੀ ਚਿੱਠਾਂ ਭੇਜੀਆਂ ਸੀ, ਪਰ ਰਾਜ ਬਹਾਦਰ ਨੇ ਮੰਨਿਆ ਨਹੀਂ ਸੀ ਜੀ। ਨਾਲ ਹੀ ਜੇ ਆਪਾਂ ਦੇਖੀਏ ਤਾਂ ਇੱਕ ਦੂਜਾ ਪੱਖ ਵੀ ਜਾ ਰਿਹਾ। ਲੋਕ ਇਹ ਗੱਲ ਕਹਿੰਦੇ ਹੈ ਕਿ ਰਾਜ ਬਹਾਦਰ ਸਰਜਨ ਬਹੁਤ ਵਧੀਆ ਜੀ। ਇਹ 'ਚ ਕੋਈ ਸ਼ੱਕ ਨਹੀਂ ਕਿ ਰਾਜ ਬਹਾਦਰ ਦਾ ਨਾਂ ਬੜਾ ਵੱਡਾ ਬੜੇ ਵੱਡੇ ਅਦਾਰਿਆਂ ਦੇ ਵਿੱਚ ਰਿਹਾ, ਪਰ ਕਹਿੰਦੇ ਵੀ ਜਿਹੜਾ ਉੱਥੇ ਦਾ ਹਸਪਤਾਲ ਹੈ ਉਹਦਾ ਹਾਲ ਬਹੁਤ ਮਾੜਾ ਹੈ ਤੇ ਉਹਦੀ ਜ਼ਿੰਮੇਵਾਰੀ ਵੀ ਰਾਜ ਬਹਾਦਰ ਦੀ ਹੈ। ਇੱਕ ਪੱਖ ਇਹ ਹੈ, ਇਹ ਚੱਲ ਰਹੀ ਹੈ ਕੰਪੇਨ, ਧਰਨੇ ਵੀ ਲੱਗ ਰਹੇ ਹੈ, ਔਰ ਜਿਹੜਾ IT ਸੈੱਲ ਹੈ ਆਮ ਆਦਮੀ ਪਾਰਟੀ ਦਾ ਉਹ ਵੀ ਇਸ ਮਾਮਲੇ ਨੂੰ ਉਛਾਲ ਰਿਹਾ ਹੈ। ਦੂਜੇ ਪਾਸੇ ਆਪਾਂ ਦੇਖੀ ਤਾਂ ਡਾਕਟਰਾਂ ਦੀਆਂ ਆਰਗੇਨਾਈਜੇਸ਼ਨਸ ਉਹ ਵੀ ਇਸ ਗੱਲ ਨੂੰ ਉਛਾਲ ਰਹੀਆਂ ਕਿ ਜੀ ਇਹ ਗਲਤ ਹੋਇਆ, ਇੱਕ ਸਨਮਾਨਜਨਕ ਬੰਦੇ ਦੇ ਨਾਲ ਇਸ ਤਰ੍ਹਾਂ ਦਾ ਵਰਤਾਓ ਨਹੀਂ ਸੀ ਕਰਨਾ ਚਾਹੀਦਾ। ਬਹੁਤ ਸਾਰੇ ਲੋਕਾਂ ਦਾ ਮੰਨਣਾ ਕਿ ਆਮ ਨਾਗਰਿਕ ਵੀ ਹੈ, ਜੇ ਉਹਨਾਂ ਨਾਲ ਵੀ ਇਹੋ ਜਿਹਾ ਵਰਤਾਓ ਹੁੰਦਾ ਹੈ ਤਾਂ ਫਿਰ ਇਹਦੇ ਨਾਲ ਕਿੰਨੀ ਵੱਡੀ ਗੱਲ ਸੀ। ਖੈਰ ਰਾਜ ਬਹਾਦਰ ਨੇ ਉਦੋਂ ਤਾਂ ਹੌਸਲਾ ਨਹੀਂ ਦਿਖਾਇਆ, ਉਦੋਂ ਕਹਿੰਦਾ ਜੀ ਜੋ ਮਰਜ਼ੀ ਕਰ ਲਓ, ਮੈਂ ਨਹੀਂ ਕੰਮ ਕਰਦਾ। ਉਸ ਵੇਲੇ ਅਸਤੀਫਾ ਦੇ ਸਕਦਾ ਸੀ, ਲੇਕਿਨ ਉਹਨੇ ਫਿਰ ਬਾਅਦ ਦੇ ਵਿੱਚ ਸੋਚਿਆ ਤੇ ਅਸਤੀਫਾ ਬਾਅਦ ਦੇ ਵਿੱਚ ਦੇਤਾ। ਉਹਨੇ ਫਿਰ ਦਾਅਵਾ ਵੀ ਕੀਤਾ ਸੀ ਕਿ ਮੈਨੂੰ ਭਗਵੰਤ ਸਿੰਘ ਮਾਨ ਹੋਰਾਂ ਨੇ ਕਿਹਾ ਸੀ ਕਿ ਕੋਈ ਗੱਲ ਨਹੀਂ, ਕੰਮ ਕਰਦਿਆਂ ਤੋਂ ਬੰਦਿਆਂ ਤੋਂ ਕਈ ਵਾਰੀ ਗਲਤੀਆਂ ਹੋ ਜਾਂਦੀਆਂ ਔਰ ਆਪਾਂ ਅਗਲੇ ਦਿਨਾਂ 'ਚ ਗੱਲ ਕਰਾਂਗੇ, ਤੁਸੀਂ ਮੈਨੂੰ ਮਿਲਿਓ ਜੀ। ਪਰ ਉਹ ਅਜੇ ਤੱਕ ਮਿਲੇ ਨਹੀਂ ਸੀਗੇ। ਹੁਣ ਇਹ ਜਿਹੜੀ ਇਸ ਵੇਲੇ ਦੋ ਧਰਾਵਾਂ ਚੱਲ ਰਹੀਆਂ, ਇੱਕ ਰਾਜ ਬਹਾਦਰ ਦੇ ਹੱਕ ਵਾਲੇ, ਇੱਕ ਵਿਰੋਧ ਵਾਲੇ। ਇਹਦੇ ਚੱਲਦਿਆਂ ਦਾਨੇਵਾਲ ਗਿਆ ਸਾਹਿਬ ਇਹ ਤਾਂ ਮੁਸ਼ਕਿਲ ਹੈ ਕਿ ਹੁਣ ਉਹ ਵਾਈਸ ਚਾਂਸਲਰ ਦਾ ਅਹੁਦਾ ਮੁੜ ਕੇ ਸੰਭਾਲ ਲੈਣਗੇ। ਔਰ ਦੂਜੇ ਪਾਸੇ ਜੇ ਆਪਾਂ ਦੇਖੀਏ ਤਾਂ ਜਿਹੜੇ ਪ੍ਰਮੁੱਖ ਸਕੱਤਰ ਸੀ ਹੈਲਥ ਦੇ ਜੀ, ਹੁਸਨ ਲਾਲ ਹੋਣੀ, ਉਹ ਰਿਟਾਇਰ ਹੋ ਚੁੱਕੇ ਜੀ। ਉਹਨਾਂ ਦੀ ਥਾਂ ਤੇ ਹਾਲੇ ਨਵਾਂ ਬੰਦਾ ਨਹੀਂ ਲਾਇਆ। ਮੈਡੀਕਲ ਜਿਹੜੀ ਹੈਗੀ ਆ ਆਪਣੀ ਐਜੂਕੇਸ਼ਨ ਜਿਹੜਾ ਵਗੈਰਾ ਹੈਲਥ ਦੇ ਨਾਲ ਹੀ ਰਿਲੇਟਡ ਹੈ ਜੀ, ਉਹ ਮੈਡੀਕਲ ਐਜੂਕੇਸ਼ਨ ਦੇ ਮੇਰਾ ਖਿਆਲ ਪ੍ਰਮੁੱਖ ਸਕੱਤਰ ਉਹਨਾਂ ਦੇ ਕੋਲ ਹੀ ਆਉਂਦੇ। ਉਹਨਾਂ ਨੂੰ ਆਮ ਤੌਰ ਦੇ ਉੱਤੇ ਜਦੋਂ ਵਾਈਸ ਚਾਂਸਲਰ ਨਹੀਂ ਰਹਿੰਦਾ ਉਹ ਚਾਰਜ ਫਿਰ ਸੈਕਟਰੀ ਮੈਡੀਕਲ ਐਜੂਕੇਸ਼ਨ ਵਗੈਰਾ ਨੂੰ ਸੌਂਪ ਦਿੱਤੀ ਜਾਂਦੀ ਹੈ। ਲੇਕਿਨ ਉਹ ਵੀ ਨਹੀਂ, ਤੇ ਇਹ ਵੀ ਸਰਕਾਰ ਵਾਸਤੇ ਇੱਕ ਪ੍ਰੋਬਲਮ ਹੈ ਕਿ ਹੁਣ ਕੀਤਾ ਜਾਵੇ ਤਾਂ ਕੀ ਕੀਤਾ ਜਾਵੇ ਜੀ। ਦੂਜੀ ਗੱਲ ਜਿਹੜੀ ਹੈ ਉਹ ਬੜੀ ਇੰਪੋਰਟੈਂਟ ਹੈ, ਉਹ ਇਹ ਹੈ ਕਿ ਰਾਜ ਬਹਾਦਰ ਹੋਣੀ ਹਿਮਾਚਲ ਪ੍ਰਦੇਸ਼ ਨਾਲ ਸੰਬੰਧਿਤ ਹੈ। ਇਹ ਮੈਂ ਕਹਿਣ ਲੱਗਾ ਸੀ, ਗੂੰਜ ਹਿਮਾਚਲ ਦੀਆਂ ਪਹਾੜੀਆਂ 'ਚ ਪੈ ਗਈ। ਉਹਦੇ 'ਚ ਪਈ ਕਿਵੇਂ ਕਿ ਪੰਜਾਬ ਦੀ ਜਿਹੜੀ ਵਿਰੋਧੀ ਧਿਰ ਦੇ ਆਗੂ ਹੈ ਵਿਧਾਨ ਸਭਾ 'ਚ ਜੀ, ਸੀਨੀਅਰ ਕਾਂਗਰਸੀ ਲੀਡਰ ਹੈ ਸਰਦਾਰ ਪ੍ਰਤਾਪ ਸਿੰਘ ਬਾਜਵਾ। ਪ੍ਰਤਾਪ ਸਿੰਘ ਬਾਜਵਾ ਦੀ ਡਿਊਟੀ ਲਾਤੀ ਆਲ ਇੰਡੀਆ ਕਾਂਗਰਸ ਕਮੇਟੀ ਨੇ ਹਿਮਾਚਲ 'ਚ ਕਿ ਜੀ ਤੁਸੀਂ ਉੱਥੇ ਜਾ ਕੇ ਗੱਲ ਕਰੋ, ਮੁੱਦਾ ਚੱਕਣਗੇ ਫਿਰ। ਔਰ ਉਹਨੇ ਪਹਿਲਾਂ ਹੀ ਚੁੱਕਿਆ ਹੋਇਆ, ਉਹਨੇ ਪਹਿਲਾਂ ਹੀ ਇਹ ਮਾਮਲਾ ਚੁੱਕਿਆ ਹੋਇਆ ਸੀ। ਹੁਣ ਉਹਨੇ ਜਾ ਕੇ ਜਿਹੜਾ ਜਿਹਨੂੰ ਅਸੀਂ ਹਿਮਾਚਲ ਸ਼ਾਬਨਬਾਦ ਕਹਿ ਦਿੰਦੇ ਆ ਜੀ, ਉਹਨੇ ਉਹ ਹਿਮਾਚਲ ਸ਼ਾਬਨਬਾਦ ਜਿਹੜਾ ਉਹ ਜਗਾਉਣਾ ਹੈ। ਉਹ ਜੇ ਉੱਥੇ ਮੂਵਮੈਂਟ ਚੱਲ ਪਈ, ਇਹ ਗੱਲ ਲੋਕਾਂ ਚਲੀ ਗਈ ਤਾਂ ਉਹਦਾ ਆਮ ਆਦਮੀ ਪਾਰਟੀ ਨੂੰ ਨੁਕਸਾਨ ਚੱਲਣਾ। ਜਿਹੜੇ ਪੰਜਾਬ ਦੇ ਖਾਤੇ ਚੋਂ ਇਸ਼ਤਿਹਾਰ ਦਿੱਤੇ ਆ ਨਾ, ਇਹਨਾਂ ਤੇ ਪਾਣੀ ਫਿਰ ਸਕਦਾ। ਹੁਣ ਉਹ ਜਿਹੜੇ ਇਸ਼ਤਿਹਾਰ ਲੱਗੇ ਉਹਨਾਂ 'ਚ ਪਾਣੀ ਫਿਰ ਸਕਦਾ ਹੈ, ਕਿਉਂਕਿ ਉਹਦਾ ਫਿਰ ਰੱਦੀ ਹੋ ਜਾਣਗੇ ਜਿਹੜੇ ਅਖਬਾਰਾਂ ਦੇ ਵਿੱਚ ਇੰਨਾ ਪੈਸਾ ਵੀ ਲਾਇਆ ਹੋਇਆ ਹੈ। ਇਹਦੇ ਤੇ ਹੁਣ ਜਿਹੜੀ ਹੈ ਆਮ ਆਦਮੀ ਪਾਰਟੀ ਇੱਕ ਧਰਮ ਸੰਕਟ 'ਚ ਫਸੀ ਹੋਈ ਹੈ ਜੀ, ਕਿਉਂਕਿ ਨੈਸ਼ਨਲ ਲੀਡਰਸ਼ਿਪ ਨਹੀਂ ਚਾਹੂਗੀ ਕਿ ਇਹੋ ਜਿਹੀ ਗੱਲ ਹੋ ਜੇ ਜੀ। ਔਰ ਭਗਵੰਤ ਸਿੰਘ ਮਾਨ ਇਹ ਨਹੀਂ ਚਾਹੁੰਗੇ ਕਿ ਜੋੜੇ ਮਾਜਰਾ ਨੂੰ ਹਟਾਇਆ ਜਾਵੇ ਕਿਉਂਕਿ ਪਹਿਲੇ ਇੱਕ ਮੰਤਰੀ ਪਹਿਲਾਂ ਹਟਾਇਆ ਜਾ ਚੁੱਕਿਆ। ਹੁਣ ਇਹਦਾ ਕੋਈ ਨਾ ਕੋਈ ਹੱਲ ਕੱਢਿਆ ਜਾਊਗਾ। ਹੱਲ ਇਹ ਕੱਢਿਆ ਜਾ ਸਕਦਾ ਕਿ ਜਿਹੜੇ ਰਾਜ ਬਹਾਦਰ ਹੈ ਉਹਨਾਂ ਨੂੰ ਕਿਸੇ ਹੋਰ ਅਹੁਦੇ ਤੇ ਤਬਦੀਲ ਕਰ ਦਿੱਤਾ ਜਾਵੇ, ਨਿਯੁਕਤ ਕਰ ਦਿੱਤਾ ਜਾਵੇ। ਔਰ ਇਹਨਾਂ ਦਾ ਜਿਹੜਾ ਹੈਗਾ ਜੋੜੇ ਮਾਜਰਾ ਸਾਹਿਬ ਹੈ ਹਾਂਜੀ, ਇਹਨਾਂ ਦਾ ਮਹਿਕਮਾ ਚੇਂਜ ਕਰ ਦਿੱਤਾ ਜਾਵੇ। ਇਹੋ ਜਿਹੀ ਗੱਲ ਕੋਈ ਨਾ ਕੋਈ ਹੋ ਸਕਦੀ ਹੈ। ਪਰ ਨਾਲ ਕੀ ਰਾਜ ਬਹਾਦਰ ਦੁਆਰਾ ਆਜੂ, ਇਹ ਵੀ ਖਬਰ ਲੱਗੀ ਪਈ ਅੱਜ ਅਖਬਾਰ ਦੇ ਵਿੱਚ ਜੀ ਕਿ ਰਾਜ ਬਹਾਦਰ ਨੇ ਸਰਕਾਰੀ ਕਾਰ ਜਿਹੜੀ ਯੂਨੀਵਰਸਿਟੀ ਨਾਲ ਸੰਬੰਧਿਤ ਸੀ, ਸਿਕਿਉਰਿਟੀ ਘਰ, ਲੈਪਟਾਪ ਵਗੈਰਾ ਵਾਪਸ ਕਰਤੇ ਚੰਡੀਗੜ੍ਹੋਂ। ਕਰਤਾ ਪਹਿਲਾਂ ਹੀ ਬਿਹਾਰ ਹੀ ਪਹਿਲਾਂ ਚੰਡੀਗੜ੍ਹ, ਕਿਉਂਕਿ ਚੰਡੀਗੜ੍ਹ ਵੀ ਉਹ ਕੰਮ ਕਰਦੇ ਨਾ, ਉਹਨਾਂ ਨੇ ਚੰਡੀਗੜ੍ਹ ਤੋਂ ਵਾਪਸ ਕਰਤਾ। ਇਹਦਾ ਮਤਲਬ ਹੈ ਕਿ ਫੈਸਲਾ ਉਹਨੇ ਵੀ ਕਰ ਲਿਆ ਕਿ ਹੁਣ ਉੱਥੇ ਜਾਣ ਦਾ ਫਾਇਦਾ ਨਹੀਂ, ਜੇ ਆਉਣਾ ਵੀ ਨਹੀਂ ਚਾਹੀਦਾ। ਬਿਲਕੁਲ, ਜਦੋਂ ਲੋਕ ਵਿਰੋਧ ਕਰਦੇ ਹੁਣ ਤਾਂ ਫਿਰ ਉਹਦਾ ਮਤਲਬ ਵੀ ਕੋਈ ਨਹੀਂ। ਸੋ ਮੇਰੇ ਖਿਆਲ ਮੁਤਾਬਕ ਹੈ ਜੀ ਗੱਲ ਫਸੀ ਹੋਈ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਵੀ ਫਸੀ ਹੋਈ ਹੈ ਤੇ ਆਮ ਆਦਮੀ ਪਾਰਟੀ ਵੀ ਫਸੀ ਹੋਈ ਹੈ, ਕਿਉਂਕਿ ਹਿਮਾਚਲ ਦੇ ਵਿੱਚ ਕੋਈ ਨੁਕਸਾਨ ਹੋਵੇ ਉਹ ਵੀ ਬਰਦਾਸ਼ਤ ਨਹੀਂ ਕਰ ਸਕਦੇ। ਜੇ ਹਿਮਾਚਲ 'ਚ ਨੁਕਸਾਨ ਹੁੰਦਾ ਤਾਂ ਫਿਰ ਉਹਦਾ ਜਿਹੜਾ ਹੈਗਾ ਅਸਰ ਹੋਰ ਰਾਜਾਂ ਤੇ ਵੀ ਪੈ, ਗੁਜਰਾਤ ਤੱਕ ਵੀ ਜਾਊ। ਬਿਲਕੁਲ ਤੇ ਉਧਰ ਜਾਖੜ ਸਾਹਿਬ ਦੇ ਤੇਵਰ ਢਿੱਲੇ ਨਹੀਂ ਹੋ ਰਹੇ ਜੀ। ਦੇਖੋ ਜਾਖੜ ਸਾਹਿਬ ਹੋਰਾਂ ਨੇ
ਪਿਛਲੇ ਦਿਨਾਂ ਦੇ ਵਿੱਚ ਇੱਕ ਬਿਆਨ ਦਿੱਤਾ ਸੀ ਕਾਂਗਰਸ ਨੂੰ ਲੈ ਕੇ ਤੇ ਅਕਾਲੀ ਦਲ ਨੂੰ ਲੈ ਕੇ। ਜੀ ਉਹਨਾਂ ਨੇ ਕਿਹਾ ਸੀ ਕਿ ਅਕਾਲੀ ਦਲ ਇੱਕ ਅਜਿਹੀ ਪਾਰਟੀ ਹੈ ਇਹ ਕਦੇ ਖਤਮ ਨਹੀਂ ਹੋ ਸਕਦੀ। ਜੀ ਅਕਾਲੀ ਦਲ ਜਿਹੜੀ ਹੈਗੀ ਹੈ ਉਹ ਸੰਘਰਸ਼ ਦੇ ਵਿੱਚੋਂ ਪੈਦਾ ਹੋਈ ਵੀ ਪਾਰਟੀ ਪਾਰਟੀ ਹੈ ਔਰ ਇਹਦਾ ਬੜਾ ਸ਼ਾਨਾਮਤਾ ਇਤਿਹਾਸ ਹੈ ਤੇ ਸ਼ਾਨਾਮਤਾ ਇਹਦਾ ਜਿਹੜੀ ਹੈ ਕਾਰਗੁਜ਼ਾਰੀ ਹੈ ਹੈਗੀ ਆ। ਆਪਾਂ ਜਾਣਦੇ ਕਿੱਡੇ ਕਿੱਡੇ ਮੋਰਚੇ ਲੱਗੇ, ਕਿਹੜੀਆਂ ਕਿਹੜੀਆਂ ਕੁਰਬਾਨੀਆਂ ਕੀਤੀਆਂ। ਔਰ ਜੇ ਆਪਾਂ ਲੇਖ ਆਪਣੇ ਸਮੇਂ ਦਾ ਦੇਖੀਏ ਜੀ ਤਾਂ ਤੁਸੀਂ ਦੇਖੋ ਕਿ 1975 25 ਜੂਨ 1975 ਨੂੰ ਐਮਰਜੈਂਸੀ ਲੱਗਦੀ ਹੈ। ਉਸ ਐਮਰਜੈਂਸੀ ਦਾ ਵਿਰੋਧ ਜੀ ਜੇ ਜਥੇਬੰਦਕ ਤੌਰ ਤੇ ਕਿਸੇ ਆਰਗੇਨਾਈਜੇਸ਼ਨ ਨੇ ਕੀਤਾ ਤਾਂ ਅਕਾਲੀ ਦਲ ਨੇ ਕੀਤਾ ਸੀ। ਜਾਖੜ ਸਾਹਿਬ ਦਾ ਇਹ ਮੰਨਣਾ ਹੈ ਕਿ ਅਕਾਲੀ ਦਲ ਨਾਲ ਨਹੀਂ ਲੋਕ ਨਾਰਾਜ਼, ਲੋਕ ਬਾਦਲ ਪਰਿਵਾਰ ਨਾਲ ਨਾਰਾਜ਼ ਨੇ। ਜਿੱਦਣ ਬਾਦਲ ਪਰਿਵਾਰ ਦੀ ਲੀਡਰਸ਼ਿਪ ਜਿਹੜੀ ਹੈਗੀ, ਅਕਾਲੀ ਦਲ ਦੀ ਲੀਡਰਸ਼ਿਪ ਬਾਦਲ ਪਰਿਵਾਰ ਦੇ ਹੱਥੋਂ ਖੁੱਸ ਗਈ, ਅਕਾਲੀ ਦਲ ਉਸੇ ਪੁਰਾਣੀ ਬੁਲੰਦੀ ਤੇ ਫੇਰ ਆ ਜਾਣਾ। ਔਰ ਇਹ ਤਾਂ ਹੁਣ ਗੱਲਾਂ ਆ ਹੀ ਰਹੀਆਂ ਕਿ ਢੀਂਡਸਾ ਸਾਹਿਬ ਨੇ ਵੀ ਕਹਿਤਾ ਵੀ ਸਾਨੂੰ ਤਾਂ ਇਤਰਾਜ਼ ਹੀ ਕੋਈ ਨਹੀਂ, ਅਸੀਂ ਮੁੜ ਅਕਾਲੀ ਦਲ ਸ਼ਾਮਲ ਹੋ ਸਕਦੇ ਹਾਂ, ਸੁਰਜੀਤ ਕਰ ਸਕਦੇ ਹਾਂ ਅਕਾਲੀ ਦਲ ਨੂੰ ਜੇ ਸੁਖਬੀਰ ਸਿੰਘ ਬਾਦਲ ਅਸਤੀਫਾ ਦੇ ਦੇਵੇ। ਜੀ ਆਲੀ ਸਾਹਿਬ ਨੇ ਵੀ ਕਹਿ ਦਿੱਤਾ, ਇਹੀ ਗੱਲ ਕਹਿਤੀ, ਇਹੀ ਗੱਲ ਜਗਮੀਤ ਸਿੰਘ ਬਰਾੜ ਹੋਣੀ ਵੀ ਕਹੀ ਜਾਂਦੀ ਹੈ। ਉਧਰੋਂ ਜੇ ਦੇਖੀਏ ਤਾਂ ਮੇਰੀ ਕੱਲ ਹੀ ਕਿਸੇ ਪਰਸੋਂ ਹੀ ਆਪਣੀ ਗੱਲ ਹੋਈ ਸੀ ਕਿਸੇ ਆਗੂ ਨਾਲ, ਉਹ ਕਹਿ ਰਿਹਾ ਸੀ ਵੀ ਦਿੱਲੀ ਵਾਲੇ ਵੀ ਇਹ ਗੱਲ ਕਹਿੰਦੇ ਹੈ ਕਿ ਜੀ ਅਕਾਲੀ ਦਲ ਨਾਲ ਸਮਝੌਤਾ ਹੋ ਸਕਦਾ ਲੇਕਿਨ ਪਰਿਵਾਰ ਪ੍ਰਸਤੀ ਨੂੰ ਬਰਦਾਸ਼ਤ ਨਹੀਂ ਕਰਾਂਗੇ। ਜੇ ਬੀਜੇਪੀ ਵਾਲੇ ਵੀ ਇਹ ਗੱਲਾਂ ਕਹਿੰਦੇ ਹੈ ਤਾਂ ਗੱਲ ਤਾਂ ਹੈਗੀ ਹੈ ਕਾਫੀ ਮਤਲਬ ਜਿਹੜੀ ਹੈ ਜਾ ਰਹੀ ਹੈ ਉਸ ਪਾਸੇ ਨੂੰ। ਨਾਲ ਹੀ ਜਾਖੜ ਸਾਹਿਬ ਨੇ ਫਿਰ ਆਪਦੀ ਪੁਰਾਣੀ ਮਾਂ ਪਾਰਟੀ ਤੇ ਵੀ ਟਿੱਪਣੀ ਕਰਤੀ। ਉਹ ਕਹਿੰਦੇ ਵੀ ਨੁਕਸਾਨ ਇੰਨਾ ਕੁ ਹੋ ਗਿਆ ਕਿ ਜੋ ਮਰਜ਼ੀ ਹੋ ਜਾਏ ਮੁੜ ਕੇ ਕਾਂਗਰਸ ਪਾਰਟੀ ਦੀ ਇੱਥੇ ਹਕੂਮਤ ਨਹੀਂ ਬਣ ਸਕਦੀ। ਬੇੜਾ ਗਰਕ ਹੋ ਗਿਆ ਪੰਜਾਬ ਦੇ ਵਿੱਚੋਂ ਤਾਂ ਇਹਦਾ ਸਫਾਇਆ ਹੋ ਗਿਆ। ਚਾਹੀਦਾ ਤਾਂ ਇਹ ਸੀ ਕਿ ਇਹ ਤੇ ਪ੍ਰਤੀਕਰਮ ਦਿੰਦੇ ਸਰਦਾਰ ਅਮਰਿੰਦਰ ਸਿੰਘ ਰਾਜਾ ਬਣੇ ਹੋਣੀ ਜਿਹੜੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਹੈ ਜੀ, ਤੇ ਜਾਂ ਦੂਜੇ ਨੰਬਰ ਦੇ ਉੱਤੇ ਬਾਜਵਾ ਸਾਹਿਬ ਤਾਂ ਚਲੋ ਉਧਰ ਗਏ ਹੋਏ ਹੈ, ਦੂਜਾ ਨੰਬਰ ਫਿਰ ਆਉਂਦਾ ਖਹਿਰਾ ਸਾਹਿਬ ਦਾ। ਬੋਲੇ ਉਹ ਵੀ ਨਹੀਂ, ਵੈਸੇ ਕਾਫੀ ਵੱਡੀ ਫੌਜ ਬਣਾਤੀ ਹੈ, 22 ਬੰਦੇ ਜਿਹੜੇ ਬੁਲਾਰੇ ਨਿਯੁਕਤ ਕਰਤੇ ਉਹਨਾਂ ਨੇ, ਸ਼ਾਇਦ ਅਗਲੇ ਦਿਨ ਚ ਉਹ ਬੋਲਣ। ਪਰ ਜਦੋਂ ਉਹ ਨਹੀਂ ਬੋਲੇ ਤੇ ਫਿਰ ਬੋਲੇ ਹਰਮੰਦਰ ਸਿੰਘ ਗਿੱਲ। ਅੱਛਾ ਜੀ, ਹਰਮੰਦਰ ਸਿੰਘ ਗਿੱਲ ਕਹਿੰਦੇ ਵੀ ਜਿਹੜੇ 42 ਬੰਦੇ ਨੇ ਵੋਟਾਂ ਪਾਈਆਂ ਸੀ ਨਾ ਜਾਖੜ ਸਾਹਿਬ ਨੂੰ ਕਿ ਜੀ ਮੁੱਖ ਮੰਤਰੀ ਇਹਨਾਂ ਨੂੰ ਬਣਾਇਆ ਜਾਵੇ, ਉਹਨਾਂ 42 ਦੇ ਵਿੱਚ ਇੱਕ ਮੈਂ ਵੀ ਸੀ। ਅੱਛਾ ਜੀ, ਮੈਂ ਵੀ ਚਾਹੁੰਦਾ ਸੀ ਕਿ ਜਾਖੜ ਸਾਹਿਬ ਮੁੱਖ ਮੰਤਰੀ ਬਣਨ। ਬੰਦੇ ਬੜੇ ਵਧੀਆ ਸਲੀਕੇ ਵਾਲੇ ਹੈ। ਉਹ ਕਹਿੰਦੇ ਚਲੋ ਆਪਦੀ ਪਾਰਟੀ ਛੱਡ ਗਏ ਉਹ ਬੀਜੇਪੀ ਚਲੇ ਗਏ ਹੈ, ਬੀਜੇਪੀ ਦੇ ਸੋਲੇ ਗਾਉਣ ਸਾਨੂੰ ਕੋਈ ਇਤਰਾਜ਼ ਨਹੀਂ। ਪਰ ਕਹਿੰਦੇ ਜਿਹੜੀ ਪਾਰਟੀ ਨੇ ਉਹਨਾਂ ਨੂੰ ਇੰਨਾ ਕੁਛ ਦਿੱਤਾ ਹੈ, ਉਹਨਾਂ ਦੇ ਪਿਤਾ ਸ਼੍ਰੀ ਬਹੁਤ ਲੰਬਾ ਸਮਾਂ ਪਾਰਲੀਮੈਂਟ ਦੇ ਸਪੀਕਰ ਰਹੇ ਹੈ, 3 ਵਾਰੀ ਉਹ ਪਾਰਲੀਮੈਂਟ ਦੇ ਮੈਂਬਰ ਬਣੇ ਹੈ, ਇਹ ਵੀ 3 ਵਾਰੀ MLA ਬਣੇ ਹੈ ਔਰ ਇਹ ਇੱਕ ਵਾਰੀ MP ਵੀ ਬਣ ਗਏ ਸੀ। ਪਰਿਵਾਰ ਨੂੰ ਇਹਨਾਂ ਦੇ ਬ੍ਰਦਰ ਨੂੰ ਸੱਜਣ ਕੁਮਾਰ ਜਾਖੜ ਨੂੰ ਵੀ ਕਹਿੰਦੇ ਕਾਂਗਰਸ ਨੇ ਬਣਾਇਆ ਸੀ, ਵਜ਼ੀਰ ਵੀ ਬਣਾਇਆ ਸੀ। ਕਹਿੰਦਾ ਜੇ ਕੋਈ ਬਾਕੀ ਗੱਲ ਰਹਿ ਗਈ ਹੋਵੇ ਤਾਂ ਉਹਦੇ ਚ ਦੇਖੀਏ ਤਾਂ ਆਪਾਂ ਸੰਦੀਪ ਜਾਖੜ ਵੀ ਇਸ ਵੇਲੇ MLA ਹੈ, ਕਹਿੰਦੇ ਬਹੁਤ ਕੁਛ ਦਿੱਤਾ ਹੈ। ਪਰ ਇਹ ਵੀ ਦਾਨੇਵਾਲ ਸਾਹਿਬ ਮੇਰਾ ਇਹ ਮੰਨਣਾ ਹੈ ਕਿ ਜੇ ਕਾਂਗਰਸ ਨੇ ਬਹੁਤ ਕੁਛ ਦਿੱਤਾ ਤਾਂ ਦਿੱਤਾ ਜਾਖੜ ਪਰਿਵਾਰ ਨੇ ਵੀ ਕਾਂਗਰਸ ਨੂੰ ਬਹੁਤ ਕੁਛ। ਜਦੋਂ ਸਾਰੇ ਲੋਕ ਛੱਡ ਗਏ ਸੀ ਸੋਨੀਆ ਗਾਂਧੀ ਨੂੰ, ਇੰਦਰਾ ਗਾਂਧੀ ਨੂੰ 1975 ਦੀ ਐਮਰਜੈਂਸੀ ਤੋਂ ਬਾਅਦ ਜਿਹੜੀ ਹਾਰ ਹੋਈ ਹੈ, ਉਸ ਵੇਲੇ ਜੇ ਡਟ ਕੇ ਕੋਈ ਨਾਲ ਖੜਾ ਸੀ ਪੰਜਾਬ ਦੇ ਵਿੱਚੋਂ ਸੋਨੀਆ ਗਾਂਧੀ ਨਾਲ ਤਾਂ ਉਹ ਜਾਖੜ ਫੈਮਿਲੀ ਸੀ। ਖੈਰ ਜੋ ਕੁਛ ਸੁਨੀਲ ਜਾਖੜ ਨਾਲ ਹੋਇਆ ਘੱਟ ਉਹ ਵੀ ਨਹੀਂ ਹੋਇਆ। ਔਰ ਇਹ ਠੀਕ ਹੈ ਕਿ ਦਰਦ ਛਲਕਿਆ ਹੈ ਗਿੱਲ ਸਾਹਿਬ ਦਾ ਵੀ ਜੀ, ਪਰ ਕਾਂਗਰਸ ਹਾਈ ਕਮਾਂਡ ਨੇ ਵੀ ਪੰਜਾਬ ਦੀ ਕਾਂਗਰਸ ਦਾ ਜਿਹੜਾ ਬੇੜਾ ਗਰਕ ਕੀਤਾ ਹੈ, ਮੇਰਾ ਖਿਆਲ ਇਹ ਵੀ ਇਤਿਹਾਸ ਦੇ ਵਿੱਚ ਕਾਲੇ ਅੱਖਰਾਂ ਚ ਲਿਖਿਆ ਜਾਊਗਾ ਜੀ। ਚਲੋ ਸਭ ਦੋ ਕੁ ਮੈਂ ਤੁਹਾਨੂੰ ਚੀਜ਼ਾਂ ਆਪਾਂ ਅਪਡੇਟ ਕਰ ਦਈਏ। ਜਿਹੜੀ ਮਿਜ਼ਾਈਲ ਵਰਤੀ ਗਈ ਹੈ ਜੀ ਉੱਥੇ ਆਪਣੇ, ਉਹਦਾ ਨਾਮ ਵੀ ਮੈਂ ਦੱਸ ਦਿੰਦਾ। ਪਰ ਸਭ ਤੋਂ ਵੱਡੀ ਖਬਰ ਹੈ ਕਿ ਹਜੇ ਤੱਕ ਤਾਲਿਬਾਨ ਗੌਰਮੈਂਟ ਜਿਹੜੀ ਹੈ ਉਹ ਡਿਸਕਸ਼ਨਸ ਤੇ ਲੱਗੀ ਹੈ, ਟਾਈਟ ਲਿਪਡ ਹੈ ਪੂਰੀ, ਵੀ ਇਸ ਸਾਰੇ ਮਾਮਲੇ ਦੇ ਉੱਤੇ ਕੀ ਰਿਸਪੌਂਡ ਜਿਹੜਾ ਹੈ ਉਹ ਕੀਤਾ ਜਾਵੇ ਜੀ। ਸੋ ਜਿਹੜੀ ਇਹ ਮਿਜ਼ਾਈਲ ਹੈ ਜੀ ਲੇਜ਼ਰ ਐਕੂਰੇਸੀ ਸੀ, ਲੇਜ਼ਰ ਗਾਈਡਡ ਸੀ, ਐਕੂਰੇਟ ਬੜੀ ਸੀ। ਅੱਛਾ, ਤੇ ਇਹਦਾ ਨਾਂ ਵੀ ਜਿਹੜਾ ਉਹਨਾਂ ਨੇ ਦੱਸਿਆ ਜੀ ਹੈਲ ਫਾਇਰਸ, ਡਰੋਨ ਫਾਇਰਡ ਹੈਲ ਫਾਇਰਸ ਕਹਿੰਦੇ ਇਹਨੂੰ, ਹੈਲ ਫਾਇਰ ਮਿਜ਼ਾਈਲ ਸੀ ਜੀ। ਇਹਨੂੰ ਕਿਸੇ ਵੀ ਜਹਾਜ਼, ਹੈਲੀਕਾਪਟਰ ਜਾਂ ਡਰੋਨ ਤੋਂ ਜਿਹੜਾ ਯੂਜ਼ ਕੀਤਾ ਜਾ ਸਕਦਾ ਹੈ। ਬਲੇਡ 6 ਬਲੇਡ ਸੀਗੇ ਜੀ ਇਹਦੇ। ਬੱਲੇ 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 ਬੱਲੇ, ਹਾਂਜੀ, ਬਹੁਤ ਖਤਰਨਾਕ ਚੀਜ਼ ਹੈ। 6 ਫੁੱਟ ਉੱਚੀ ਸੀ, 1.8 ਮੀਟਰ ਲੰਬਾਈ ਸੀ ਇਹਦੀ। ਅੱਛਾ ਅੱਛਾ, ਹਾਂਜੀ, ਇਹ ਚੀਜ਼ ਹੈ। 2017 ਦੇ ਵਿੱਚ ਇਹਨੂੰ ਵੈਸੇ ਇਜਾਦ ਕਰ ਲਿਆ ਸੀਗਾ, ਪਰ
ਇਹ ਵਰਤੀ ਗਈ ਹੈ, ਕਹਿੰਦੇ ਐਕੂਰੇਟ ਬੜੀ ਹੈ ਕਿਉਂਕਿ ਲੇਜ਼ਰ ਗਾਈਡਡ ਸੀ। ਬਿਲਕੁਲ ਬਿਲਕੁਲ। ਸੋ ਬਹੁਤ ਬਹੁਤ ਸ਼ੁਕਰੀਆ ਢਿੱਲੋਂ ਸਾਹਿਬ, ਮਿਹਰਬਾਨੀ। ਸੋ ਪ੍ਰੋਗਰਾਮ ਸ਼ਮਾ ਦਾ ਇੱਥੇ ਹੀ ਸਮਾਪਤ ਕਰਨ ਦੀ ਤੁਹਾਡੇ ਤੋਂ ਆਗਿਆ ਲੈਂਦੇ ਜੀ, ਫਿਰ ਜੁੜਦੇ ਹਾਂ ਤੁਹਾਡੇ ਨਾਲ।